अस्सलाम वालेकुम जी। भाजी की हाल है? ठीक ठाक हो? ये सारे ਦੋਸਤਾਂ ਨੂੰ ਮੇਰੇ ਵੱਲੋਂ ਤੇ ਭਾਈ ਅਬਦੁਲ ਰਊਫ ਵੱਲੋਂ ਸਲਾਮ ਹੈ ਬਹੁਤ ਜ਼ਿਆਦਾ। ਤੇ ਸਾਰੇ ਦੋਸਤਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਨੂੰ ਵਾਅਦਾ ਕੀਤਾ ਸੀ ਕਿ 4 ਪਾਰਟ ਤੋਂ ਬਾਅਦ 5ਵਾਂ ਪਾਰਟ ਵੀ ਤੁਹਾਨੂੰ ਵਿਖਾਵਾਂਗੇ। ਤੇ ਉਹਦੇ ਵਿੱਚ ਹੈ ਕਿ ਜਿਹੜੇ ਦੋਸਤ ਸਾਡੇ ਨਾਲ ਗਏ ਸੀ ਅਸੀਂ ਚਾਹੁੰਦੇ ਸੀ ਉਹਨਾਂ ਦੀ ਜਿਹੜੀ ਕਹਾਣੀ ਹੈ ਉਹਨਾਂ ਦੀ ਜ਼ਬਾਨੀ ਸੁਣਾਈ ਜਾਏ। ਲੇਕਿਨ ਉਹ ਜਿਹੜੇ ਦੋਸਤ ਨੇ ਕੁਛ ਉਹਨਾਂ ਦੇ ਆਪੋ ਆਪਣਾ ਜ਼ਿਹਨ ਹੁੰਦਾ ਹੈ, ਹਰ ਬੰਦੇ ਦਾ ਇੱਕੋ ਜਿਹਾ ਜ਼ਿਹਨ ਨਹੀਂ ਹੁੰਦਾ। ਹਾਂਜੀ, ਤੇ ਕੁਝ ਜ਼ਿਆਦਾ ਮਸਰੂਫੀਅਤ ਹੀ ਉਹਨਾਂ ਦੀਆਂ ਜ਼ਿਆਦਾ, ਜਿਨ੍ਹਾਂ ਦੀ ਵਜ੍ਹਾ ਤੋਂ ਉਹਨਾਂ ਨਹੀਂ ਆ ਸਕੇ। ਸਾਡੇ ਪਿੰਡ ਨਾ ਸਾਲ ਬਾਅਦ ਇੱਕ ਪ੍ਰੋਗਰਾਮ ਹੁੰਦਾ ਖੀਰ ਪਕਾਉਂਦੇ ਨੇ ਸਾਰੇ ਗਾਉਂ ਦੇ ਰਲ ਕੇ। ਸਾਲ ਬਾਅਦ ਹੁੰਦਾ ਹੈ ਪ੍ਰੋਗਰਾਮ। ਤੇ ਤਕਰੀਬਨ 100 ਤੇ 60-70 ਦੇਗਾਂ ਪਕਦੀਆਂ ਨੇ ਖੀਰ ਦੀਆਂ ਭਾਜੀ। ਤੇ ਸਾਲ ਬਾਅਦ ਨਾ ਬਣਾਉਂਦੇ ਨੇ ਪਿੰਡ ਦੇ ਇਹ ਪ੍ਰੋਗਰਾਮ ਕਰਦੇ ਨੇ। ਤੇ ਇਸ ਪ੍ਰੋਗਰਾਮ ਦੇ ਨਾ ਉਹਨਾਂ ਬੰਦਿਆਂ ਨੂੰ ਅਸੀਂ ਜਿਹੜੇ ਸਾਡੇ ਨਾਲ ਗਏ ਸਨ ਨਾ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਸੀ ਉੱਥੇ ਕਿ ਯਾਰ ਆਓ ਕਿ ਯਾਰ ਆਓ ਨਾਲੇ ਘੜੀ ਬਹਿ ਕੇ ਗੱਲਬਾਤ ਕਰਾਂਗੇ। ਹਾਂਜੀ, ਤੇ ਨਾਲੇ ਖੀਰ ਖਾਵਾਂ ਪੀਵਾਂਗੇ। ਉਹਨਾਂ ਦੋਸਤਾਂ ਨੇ ਗੱਲ ਕੀਤੀ ਭਾਜੀ, ਤੇ ਕੁਝ ਦੋਸਤ ਆਪਣੀ ਮਸਰੂਫੀਅਤ ਦੀ ਵਜ੍ਹਾ ਤੋਂ ਨਹੀਂ ਆ ਸਕੇ। ਤੇ ਇੱਕ ਭਾਈ ਸਾਡਾ ਆ ਗਿਆ ਸੀ, ਉਹਦੇ ਨਾਲ ਕੀਤੀ ਗੱਲਬਾਤ ਥੋੜੀ ਜੀ। ਉਹ ਮੌਲਵੀ ਆਰਫ ਮੌਲਵੀ ਆਰਫ ਜਿਹਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਸੀ, ਜਿਹੜੀ ਮੈਂ ਆਪਣੀ ਕਹਾਣੀ ਤੁਹਾਨੂੰ ਸੁਣਾਈ ਸੀ ਨਾ, ਉਹਦੇ ਵਿੱਚ ਮੈਂ ਮੌਲਵੀ ਆਰਫ ਦਾ ਜ਼ਿਕਰ ਕੀਤਾ ਸੀ। ਦਾੜੀ ਦਾ ਤੁਹਾਨੂੰ ਯਾਦ ਆ ਜਾਏਗਾ ਜਦੋਂ ਥੋੜਾ ਜਿਹਾ ਨਾ ਉਹ ਤੁਸੀਂ ਚੈੱਕ ਕਰੋਗੇ ਨਾ। ਨਾਲੇ ਅਸੀਂ ਉਹਦੀ ਵੀਡੀਓ ਵੀ ਇਹ ਦਾੜੀ ਨਹੀਂ ਸੀ ਆਪਣੀ ਮਨਾਉਂਦਾ, ਹੁਣ ਵੀ ਉਹ ਸਾਡੇ ਭਾਈ ਨੇ ਦਾੜੀ ਰੱਖੀ ਹੈ। ਤੇ ਉਦੋਂ ਉਹਨੂੰ ਦਾੜੀ ਮਨਾਉਂਦਾ ਨਹੀਂ ਸੀ, ਜਿਹਦੀ ਵਜ੍ਹਾ ਤੋਂ ਨਾ ਉਹ ਆਂਦੇ ਸਨ ਕਿ ਭਾਈ ਜੇ ਤੂੰ ਦਾੜੀ ਨਹੀਂ ਨਾ ਮਨਾਉਣੀ ਉਦੋਂ ਤੱਕ ਤੂੰ ਅੱਗੇ ਨਹੀਂ ਜਾ ਸਕਦਾ। ਉਹ ਜਦੋਂ ਇੰਨੀ ਤੋਂ ਸਟੋਰੀ ਸੁਣੋਗੇ ਨਾ ਫਿਰ ਤੁਹਾਨੂੰ ਸਾਰਾ ਵਾਕਿਆ ਯਾਦ ਆ ਜਾਏਗਾ। ਇਹ ਭਾਜੀ ਜਦੋਂ ਮੈਂ ਜਿੱਥੇ ਆਰਮੀ ਨੂੰ ਮੈਂ ਫਸ ਗਿਆ ਸਨ, ਇਹ ਅੱਗੇ ਗੁਜ਼ਰ ਗਏ ਸਨ। ਇਹ ਸਭ ਤੋਂ ਪਹਿਲੇ ਭਾਈ ਜ਼ਹਾਦਰੀ ਤੁਰਕੀ ਦੇ ਵਿੱਚ ਪਹੁੰਚ ਗਏ ਸਨ, ਇਸਤਾਂਬੁਲ ਦੇ ਵਿੱਚ। ਤੇ ਮੌਲਵੀ ਸਾਹਿਬ ਉਹਨਾਂ ਤੋਂ ਬਾਅਦ ਅਸੀਂ ਵੀ ਉੱਥੇ ਜਾਣਾ ਸੀ। ਮੈਂ ਤੇ ਭਾਈ ਕਾਸਮ ਉੱਥੇ ਫਸ ਗਏ ਆਰਮੀ ਨੂੰ, ਤੇ ਅਸੀਂ ਤੇ ਵਾਪਸ ਆ ਗਏ। ਮੇਰੀ ਤੁਸੀਂ ਸਾਰੀ ਦੇਖੀ ਹੋਣੀ। ਤੇ ਉਹ ਭਾਜੀ ਦੂਸਰਾ ਉਹ ਮੌਲਵੀ ਸਾਹਿਬ ਹੋਰੀ ਉਹ ਜੇ ਆਰਮੀ ਵਾਲਾ ਸਾਨੂੰ ਨਾ ਕੁੱਟਦੇ ਕਟਾਉਂਦੇ ਪਰਾਂ ਲੈ ਗਏ ਨਾ। ਉਸ ਤੋਂ ਬਾਅਦ ਜਿਹੜੇ ਰਸਤੇ ਅਸੀਂ ਬਾਰਡਰ ਕ੍ਰਾਸ ਕੀਤਾ ਨਾ, ਉਸ ਰਸਤੇ ਉਹਨਾਂ ਨੇ ਅੱਗੇ ਬਾਰਡਰ ਕ੍ਰਾਸ ਕਰਾਤਾ ਸੀ ਮੌਲਵੀ ਹੋਰਾਂ ਨੂੰ। ਉਹ ਫਿਰ 2-3 ਦਿਨ ਬਾਅਦ ਨਾ ਭਾਈ ਜ਼ਾਹਦ ਹੋਰਾਂ ਦੇ ਕੋਲ, ਜਿੱਥੇ ਭਾਈ ਜ਼ਾਹਦ ਹੋਰੀ ਰਹਿੰਦੇ ਸਨ ਨਾ, ਉਹਨਾਂ ਨੇ ਏਜੰਟਾਂ ਨੇ ਇਹਨਾਂ ਰੱਖਿਆ ਸੀ ਜਿੱਥੇ ਇਹਨਾਂ ਨੂੰ ਕੈਦ ਕੀਤਾ ਸੀ ਨਾ ਪਾਰਟ 4 ਵਿੱਚ ਇਹਨਾਂ ਨੂੰ ਦੱਸਿਆ ਸੀ। ਹਾਂਜੀ, ਪਾਰਟ 4 ਦੇ ਵਿੱਚ ਨਾ ਭਾਈ ਜ਼ਾਹਦ ਹੋਰਾਂ ਨੇ ਤੁਹਾਨੂੰ ਦੱਸਿਆ ਹੋਏਗਾ ਕਿ ਜਿੱਥੇ ਇਹਨਾਂ ਨੂੰ ਕੈਦ ਕੀਤਾ ਸੀ ਨਾ, ਫਿਰ ਉੱਥੇ ਮੌਲਵੀ ਸਾਹਿਬ ਨੂੰ ਲੈ ਗਏ ਸਨ ਇਕੱਲੇ ਨੂੰ। ਤੇ ਜਦੋਂ ਮੌਲਵੀ ਸਾਹਿਬ ਉੱਥੇ ਪਹੁੰਚੇ ਨਾ, ਉਹ ਤੋਂ ਮੌਲਵੀ ਸਾਹਿਬ ਰਾਤ ਨੂੰ ਨਾ ਇਹਨਾਂ ਨੇ ਸਾਰੀ ਕਹਾਣੀ ਸੁਣਾਈ ਕਿ ਮੌਲਵੀ ਸਾਹਿਬ ਚਲੋ ਅਸੀਂ ਤੇ ਇੱਥੇ ਫਸੇ ਹੀ ਸਾਂ, ਅਸੀਂ ਤੇ ਉੱਥੇ ਫਸੇ ਸਾਂ, ਤੁਸੀਂ ਵੀ ਇੱਥੇ ਆ ਗਏ। ਉਹਨੇ ਕਿਹਾ ਮੈਨੂੰ ਹੁਣ ਕੀ ਪਤਾ ਤੁਸੀਂ ਇੱਥੇ ਹੋ। ਤੇ ਉਹ ਸਾਰੀ ਗੱਲਬਾਤ ਭਾਈ ਸਾਹਿਬ ਹੋਰਾਂ ਨੇ ਮੌਲਵੀ ਨੂੰ ਸੁਣਾਈ ਕਿ ਯਾਰ ਇੱਥੇ ਸਾਡੇ ਨਾਲ ਆਹ ਕੁਝ ਹੁੰਦਾ ਹਾਂ, ਤੇ ਹੁਣ ਕੀ ਕਰਨਾ। ਤੇ ਮੌਲਵੀ ਸਾਹਿਬ ਨੇ ਇਹ ਗੱਲ ਕਹਿੰਦੇ ਸਨ ਕਿ ਯਾਰ ਮੇਰਾ ਤੇ ਉਸ ਲੜਕੇ ਦੇ ਨਾਲ ਜਿਹੜਾ ਇਹਨੂੰ ਲੈ ਕੇ ਗਿਆ ਸੀ, ਜਿਹੜਾ ਸਾਨੂੰ ਲੈ ਗਿਆ ਸੀ, ਉਹਦੇ ਨਾਲ ਮੇਰਾ ਕੰਟੈਕਟ ਹੈਗਾ। ਤੇ ਮੈਨੂੰ ਯਾਨੀ ਕਿ ਗਵਾਂਢੀ ਹੈ ਸਾਡਾ ਕਿ ਉਹ ਸਾਡਾ ਹਮਸਾਇਆ ਹੈ। ਮੇਰਾ ਅਸੀਂ ਉਹਨਾਂ ਦੇ ਨਾਲ ਬਹਿ ਰੋਟੀ ਪਾਣੀ ਖਾਂਦੇ ਪੀਂਦੇ, ਮੇਰਾ ਹਮਸਾਇਆ ਹੈ। ਤੇ ਮੇਰੇ ਨਾਲ ਉਹਨੇ ਇਹੋ ਜਿਹੀ ਕਾਰਵਾਈ ਕਿਉਂ ਕਰਨੀ ਜਿਹੜੀ ਇਹਨੇ ਤੁਹਾਡੇ ਨਾਲ ਕੀਤੀ। ਉਹਨੇ ਕਿਹਾ ਨਹੀਂ ਭਾਈ ਮੌਲਵੀ ਸਾਹਿਬ ਇੱਥੇ ਨਾ ਬੜਾ ਮੁਸ਼ਕਲ ਹੈ ਕੰਮ, ਸਾਨੂੰ ਅੱਜ 15-16 ਦਿਨ ਹੋ ਗਏ ਨੇ ਇੱਥੇ ਕੈਦ ਹੋਇਆ ਨੂੰ, ਤੇ ਸਾਨੂੰ ਇੰਨੀ ਕੁ ਟੈਨਸ਼ਨ ਤੇ ਪ੍ਰੋਬਲਮ ਇੱਥੇ ਹੈ ਕਿ ਕੋਈ ਸੋਚ ਹੀ ਨਹੀਂ ਸਕਦਾ, ਤੇ ਕੋਈ ਐਸਾ ਜ਼ਰੀਆ ਬਣਾਈਏ ਇੱਥੋਂ ਨਿਕਲਣ ਦੀ ਗੱਲ ਕਰੀਏ। ਉਹ ਕਹਿੰਦਾ ਮੈਂ ਨਹੀਂ ਜਾਣਾ, ਤੁਸੀਂ ਭਾਵੇਂ ਜਾਣਾ ਤੇ ਜਾਓ। ਉਹਨੂੰ ਸਾਰੀ ਗੱਲ ਦਾ ਪਤਾ ਨਹੀਂ ਸੀ ਹੈਗਾ। ਇਹਨਾਂ ਤੇ 7-8-10 ਦਿਨ ਹੋ ਗਏ ਦੇਖਿਆ ਵੀ, ਯਾਨੀ ਕਿ ਜਿਹੜੇ ਬੰਦੇ ਸਾਡੇ ਤੋਂ ਵੀ ਪਹਿਲੋਂ ਜਿਹੜੇ 6-6 ਮਹੀਨੇ ਦੇ ਡੱਕੇ, ਉਹਨਾਂ ਦੇ ਹਾਲਾਤ ਸ਼ਕਲਾਂ ਤੋਂ ਨਜ਼ਰ ਆਉਂਦਾ ਹੱਥਾਂ ਦੇ ਨਹੁੰ ਖਿੱਚੇ ਹੋਏ ਸੀ। ਉਹ ਸਾਡੇ ਪਿੰਡ ਦਾ ਇੱਕ ਮੁੰਡਾ ਵਾ, ਉਹਦੇ ਵੀ ਨਹੁੰ ਨਾਲ ਖਿੱਚਦੇ ਸਤਰ ਦਾ ਨਾਮ ਆ। ਹਾਂਜੀ, ਉਹਦੇ ਨਾਲ ਵੀ ਇਨਸ਼ਾਅੱਲਾ ਤਾਲਾ ਅਸੀਂ ਨਾ ਜਲਦੀ ਉਹਦੇ ਨਾਲ ਪ੍ਰੋਗਰਾਮ ਬਣਾ ਕੇ ਨਾ
ਉਹਦੀ ਵੀ ਜ਼ਬਾਨੀ ਤੁਸੀਂ ਆਪਣੀ ਉਹਦੀ ਕਹਾਣੀ ਤੁਸੀਂ ਸੁਣ ਲਿਓ, ਜਿਵੇਂ ਉਹਦੇ ਨੌ ਉਹਨਾਂ ਨੇ ਕੱਢੇ ਨੇ, ਹਾਂਜੀ, ਨਾਖਨ ਖਿੱਚੇ ਨੇ ਪੈਰਾਂ ਦੇ ਤੇ ਹੱਥਾਂ ਦੇ ਵੀ, ਕਲਾਸ ਲੈ ਕੇ। ਜਿਵੇਂ ਉਹਨੂੰ ਉਹ ਚੁੱਕ ਚੁੱਕ ਕੇ, ਜਿਵੇਂ ਫੁੱਟਬਾਲ ਬੰਦਾ ਚੁੱਕ ਕੇ ਮਾਰਦਾ ਨਾ ਥੱਲੇ, ਐਵੇਂ ਉਹਨੂੰ ਵੀ ਏਦਾਂ ਨਾ ਕੋਈ ਚੁੱਕ ਕੇ ਮਾਰਦੇ ਰਹੇ। ਉਹ ਭਾਈ ਸਾਹਿਬ ਹੋਰਾਂ ਨੇ ਮੈਨੂੰ ਦੱਸਿਆ, ਮੈਂ ਤੁਹਾਨੂੰ ਆਪਣੀ ਜ਼ਬਾਨੀ ਦੱਸਦਾ ਪਿਆ। ਤੇ ਉਹ ਆ ਵੀ ਮੁੰਡਾ ਸਫਦਰ ਵੀ ਤੁਹਾਨੂੰ ਇਹ ਗੱਲ ਦੱਸੇਗਾ ਕਿ ਮੇਰੇ ਨਾਲ ਵੀ ਵਾਕਈ ਆ ਗੱਲ ਹੋਈ ਹੈ, ਤੇ ਫਿਰ ਜ਼ਿਆਦਾ ਅੱਛਾ ਹੋ ਜਾਏਗਾ। ਤੇ ਉਹ ਤੋਂ ਬਾਅਦ ਮੌਲਵੀ ਹੋਰਾਂ ਨੇ ਇਹ ਮੌਲਵੀ ਹੋਰਾਂ ਨੂੰ ਸਮਝਾਉਂਦੇ ਰਹੇ ਨੇ ਕਿ ਤੂੰ ਨਾ ਇਸ ਤਰ੍ਹਾਂ ਕਰ ਕੇ ਅਸੀਂ ਆਪਾਂ ਇੱਥੋਂ ਨਾ ਕੋਈ ਜ਼ਰੀਆ ਬਣਾਈਏ ਤੇ ਨਿਕਲੀਏ। ਉਹ ਕਹਿੰਦਾ ਮੈਂ ਨਹੀਂ ਜਾਣਾ ਭਾਈ, ਤੁਸੀਂ ਜਾਣਾ ਤੇ ਜਾਓ, ਮੇਰੇ ਨਾਲ ਪਹਿਲਾਂ ਤੇ ਮੇਰੇ ਨਾਲ ਉਹ ਬੰਦਾ ਅਸਲੀ ਇਹੋ ਜਿਹੀ ਗੱਲਬਾਤ ਨਹੀਂ ਕਰ ਸਕਦਾ ਕਿ ਮੇਰੇ ਨਾਲ ਉਹ ਮੇਰਾ ਹਮਸਾਇਆ ਵਾ, ਮੇਰੇ ਨਾਲ ਕੁਛ ਵੀ ਨਹੀਂ ਉਹ ਕਰ ਸਕਦਾ। ਪੂਰਾ ਇਹਨੂੰ ਉਹਦੇ ਤੇ ਇਤਮਾਦ ਸੀ, ਸਾਨੂੰ ਵੀ ਉਹ ਸਾਡਾ ਵੀ, ਅਸੀਂ ਵੀ ਇਤਮਾਦ ਕਰਕੇ ਉਹਦੇ ਤੇ ਗਏ ਹਾਂ, ਪਰ ਸਾਡੇ ਨਾਲ ਤਾਂ ਉਹਨੇ ਕੋਈ ਚੰਗੀ ਨਹੀਂ ਕੀਤੀ, ਸਿੱਧੀ ਜੀ ਗੱਲ। ਤੇ ਉਹ ਤਾਂ ਦਿਲ ਨਹੀਂ ਸੀ ਕਰਦਾ ਇਹਨਾਂ ਨਾਲ ਜਾਣ ਤੋਂ। ਉਹ ਤੋਂ ਬਾਅਦ ਭਾਈ ਜ਼ਾਦ ਹੋਰੀ ਇਹਨਾਂ ਨੇ ਰਾਤ ਨੂੰ ਪ੍ਰੋਗਰਾਮ ਬਣਾਇਆ ਉਦੋਂ ਨਿਕਲਣ ਦਾ। ਉਹ ਜਿਵੇਂ ਉਸ ਬੰਦੇ ਨੂੰ ਇਹਨਾਂ ਨੇ ਦੂਸਰਾ ਮਾਰਿਆ ਕੁੱਟਿਆ ਜਾਂ ਜੋ ਕੁਝ ਵੀ ਕੀਤਾ। ਨਾਲੇ ਥੋੜਾ ਜਿਹਾ ਦੱਸ ਦਈਏ, ਪਿਛਲੀ ਵੀਡੀਓ 'ਚ ਲੋਕੀ ਸਮਝਦੇ ਕਿ ਮਾਰਦਾ ਸੀ, ਉਹਨੂੰ ਮਾਰਿਆ ਨਹੀਂ ਸੀ, ਵੈਸੇ ਡੰਡੇ ਡੁੰਡੇ ਮਾਰੇ ਤੇ ਉਹ ਡਰ ਕੇ ਨੱਸ ਗਿਆ ਜਿਹੜਾ ਤੁਰਕਾ, ਤੇ ਅਸੀਂ ਮੁੜ ਕੇ ਉੱਥੋਂ ਨਿਕਲ ਆਏ, ਆਜ਼ਾਦ ਹੋ ਗਏ। ਤੇ ਮੌਲਵੀ ਨੂੰ ਵੀ ਅਸੀਂ ਕਿਹਾ ਸੀ ਨੱਸਿਆ, ਲੇਕਿਨ ਉਹ ਨਹੀਂ ਨੱਸਿਆ, ਯਾਨੀ ਕਿ 4-5 ਬੰਦੇ ਨਹੀਂ ਸੀ ਨੱਸੇ, ਬਾਕੀ ਅਸੀਂ ਸਾਰੇ ਨੱਸ ਆਏ ਸਾਂ। ਅੱਛਾ, ਉਹ ਇਹਦੇ ਨਾਲ ਇਹਨਾਂ ਪ੍ਰੋਗਰਾਮ ਬਣਾ ਲਿਆ, ਤੇ ਉਹ ਜਿਵੇਂ ਤੁਰਕਾ ਇਹਨਾਂ ਨੂੰ ਅੰਦਰ ਆਇਆ, ਇਹਨਾਂ ਨੂੰ ਛਾਵਾਂ ਛੂਵਾਂ ਦੇਣ ਵਾਸਤੇ, ਤੇ ਉਹ ਚਲਾ ਗਿਆ। ਉਹ ਜਾਣ ਲੱਗਾ ਤੇ ਇਹਨਾਂ ਨੇ ਫੜ ਕੇ ਤੇ ਉਹਦੇ ਨਾਲ ਤਸ਼ੱਦਦ ਕੀਤਾ। ਤਸ਼ੱਦਦ ਕਰ ਕੁਰ ਕੇ ਤੇ ਇਹ ਅਗਲੇ ਉਥੋਂ ਨਿਕਲੇ। ਉਹ ਕੱਲਾ ਸੀ, 5-7 ਜਣੇ, 10-12 ਜਣੇ ਸਾਨੂੰ। ਇਹਨਾਂ ਨੇ ਕੋਈ ਤਾਂ 2-4 ਚੰਡਾ ਮਾਰੀਆਂ ਹੋਣੀਆਂ, ਇੱਕ ਸਾਈਡ ਤੇ ਲੈ ਕੇ ਹੁਣ ਇਹ ਚੁੱਪ ਕਰਕੇ ਨਿਕਲ ਗਏ। ਅਸੀਂ ਮੌਲਵੀ ਨੂੰ ਕਹਿੰਦੇ ਰਹੇ ਮੌਲਵੀ ਸਾਹਿਬ ਨੂੰ ਕਹਿੰਦੇ ਰਹੇ ਕਿ ਨੱਠਿਆ ਮੌਲਵੀ ਸਾਹਿਬ, ਇਹ ਨੱਠਿਆ ਨਹੀਂ। ਮੌਲਵੀ ਸਾਹਿਬ ਦੀ ਕਿਸਮਤ ਖਰਾਬ ਸੀ ਤੇ ਇਹ ਚੁੱਪ ਕਰਕੇ ਗੱਲਾਂ ਰੱਖੇ। ਖੈਰ, ਤੇ ਜਦੋਂ ਕੰਮ ਕੋਈ ਸਿੱਧਾ ਹੋਵੇ ਨਾ ਤੇ ਕੁਝ ਨਾ ਕੁਝ ਫਿਰ ਐਫਰਟ ਕਰਨੀ ਪੈਂਦੀ ਹੈ। ਹਾਂਜੀ, ਤੇ ਉਸ ਤੋਂ ਬਾਅਦ ਇਹ ਫਿਰ ਉੱਥੋਂ ਨਿਕਲ ਆਏ। ਨਿਕਲ ਕੇ ਤੇ ਇਹ ਮੁਖਤਸਰ ਜੀ ਗੱਲ ਆ। ਹੁਣ ਪਾਸਪੋਰਟ ਵਿੱਚ ਤੁਹਾਨੂੰ ਦੱਸਤਾ ਸੀ ਸਾਰਾ, ਯਾਨੀ ਕਿ ਕਹਿੰਦੇ ਸੀ ਪਾਕਿਸਤਾਨ ਆ ਗਏ ਆ। ਪਾਸਪੋਰਟ ਦੇ ਵਿੱਚ ਤੁਹਾਨੂੰ ਸਾਰੀ ਗੱਲਬਾਤ ਇਹਨਾਂ ਨੇ ਦੱਸ ਦਿੱਤੀ ਸੀ। ਤੇ ਉਸ ਤੋਂ ਬਾਅਦ ਇਹ ਪਾਕਿਸਤਾਨ ਵਾਪਸ ਆ ਗਏ ਨੇ। ਤੇ ਪਾਕਿਸਤਾਨ ਵਾਪਸ ਆਉਣ ਤੋਂ ਬਾਅਦ ਮੌਲਵੀ ਉੱਥੇ ਰਹਿ ਗਏ, ਇਹ ਨਹੀਂ ਨਿਕਲੇ, ਇਹ ਉਸ ਤਹਿਖਾਨੇ ਦੇ ਵਿੱਚ ਹੀ ਰਹੇ ਨੇ। ਤੇ ਤੁਸੀਂ ਹੁਣ ਯਕੀਨ ਇਹ ਕਰਿਓ ਕਿ ਜਿਹੜੇ ਅਸੀਂ ਵਾਪਸ ਆ ਗਏ ਨੇ, ਇਹ ਵਾਪਸ ਆ ਗਏ ਨੇ। ਤੇ ਜਿਹੜਾ ਉਹਨਾਂ ਨੇ ਕਟਾਪਾ ਫੇਰਨਾ ਸੀ ਵੀ, ਜੋ ਕੁਝ ਵੀ ਤੁਸੀਂ ਇਹ ਸੋਚ ਸਕਦੇ ਜੇ ਕਿ ਉਹਦੇ ਨਾਲ ਮੌਲਵੀ ਸਾਹਿਬ ਹੋਰਾਂ ਨਾਲ ਜਾਂ ਉਹਦੇ ਨਾਲ ਜਿਹੜੇ ਦੂਸਰੇ ਸਾਥੀ ਸਨ, ਉਹਦੇ ਨਾਲ ਉਹਨਾਂ ਨੇ ਕੀ ਕੀਤਾ ਹੋਏਗਾ। ਹਾਂਜੀ, ਇਹ ਤੁਸੀਂ ਆਪਣੇ ਜ਼ਿਹਨ ਦੇ ਨਾਲ ਸੋਚਣਾ ਹੈ ਕਿ ਉਹਨਾਂ ਮੌਲਵੀ ਹੋਰਾਂ ਨਾਲ ਜਾਂ ਦੂਸਰੇ ਜਿਹੜੇ ਸਾਥੀ ਪਿੱਛੇ ਰਹਿ ਗਏ ਸਨ 3-4, ਹਾਂਜੀ, ਉਹਨਾਂ ਨੇ ਇਹਨਾਂ ਨਾਲ ਕੀ ਸਲੂਕ ਕੀਤਾ ਹੋਏਗਾ। ਆਓ ਕਿ ਸਾਡੇ ਅਸੀਂ ਜਿਹੜੇ 11 ਬੰਦੇ ਨੱਸ ਗਏ, ਸਾਡੀ ਕਸਰ ਉਹਨਾਂ ਨੇ ਕੱਢੀ ਕਿ ਸਾਡੇ 'ਚ ਦੋਵਾਂ ਤਿੰਨਾਂ ਨੇ ਤੇ ਪੈਸੇ ਦੇ ਦਿੱਤੇ ਸੀ, ਲੇਕਿਨ ਅਸੀਂ ਨੱਸੇ ਆ ਤੇ ਉਹ ਸਾਡਾ ਵੀ ਉਹਨਾਂ ਨੂੰ ਯਾਨੀ ਕਿ ਨੁਕਸਾਨ ਉਹਨਾਂ ਨੂੰ ਮਾਰਦੇ ਰਹੇ ਨੇ। ਉਹ ਮੌਲਵੀ ਹੋਰਾਂ ਨੂੰ ਮਾਰਦੇ ਰਹੇ ਨੇ। ਮੌਲਵੀ ਹੋਰਾਂ ਜਿਹੜੇ ਦੂਸਰੇ ਸਾਥੀ, ਉਹ ਜਿਨ੍ਹਾਂ ਬੰਦਿਆਂ ਨੇ ਉਹਨੂੰ ਕੈਦ ਕੀਤਾ ਸੀ, ਉਹ ਇਹਨਾਂ ਨੂੰ ਕੁੱਟਦੇ ਕਟਾਪਾ ਮਾਰਦੇ ਰਹੇ ਨੇ। ਤੇ ਉਹ ਫਿਰ ਪੈਸੇ ਵੀ ਭੇਜੋ ਜੀ, ਇੰਨੇ ਪੈਸੇ 7-8 ਲੱਖ ਰੁਪਇਆ ਭੇਜੋ ਤੇ ਤਾਂ ਤੁਹਾਡਾ ਬੰਦਾ ਹੀ ਵਾਪਸ ਭੇਜੋ। ਉਹ ਵੀ ਨਹੀਂ ਸੀ ਭੇਜਦੇ, ਮਾਰਦੇ ਸੀ। ਲੈ ਕੇ ਜਿਹੜੇ ਬਾਕੀ ਨੱਸ ਗਏ 11 ਬੰਦੇ, ਉਹ ਸਾਰਿਆਂ ਨੇ ਸਾਡੇ ਜਿਹੜੇ 4 ਡੱਕੇ ਗਏ, ਇਹਨਾਂ 'ਚ ਹਰ ਬੰਦੇ ਦਾ 5-5 ਲੱਖ ਰੁਪਇਆ ਦੋ ਹੈ। ਤੇ ਉਹ ਫਿਰ ਵੀ ਭਾਈ ਉਹਨਾਂ ਨੇ ਪਤਾ ਕੀ ਕੀਤਾ, ਇਹਨਾਂ ਨੇ ਅੱਗੋਂ ਕਿਹਾ, ਉਹ ਤਲਤ ਨੂੰ ਕੋਈ ਖਿੱਚਿਆ ਜਾ ਵੀ ਕਿ ਆ ਕੀ ਮਸਲਾ ਬਣਾਇਆ। ਤੇ ਫਿਰ ਉਹਨੇ ਹੋਰ ਕਿਸੇ ਜੈਂਟ ਨੂੰ ਕਿਹਾ, ਉਹਨੇ ਯਾਨੀ ਕਿ ਜੈਂਟ ਜਿਵੇਂ ਇੱਕ ਦੂਸਰੇ ਦੇ ਤਲਕ ਵਾਲੇ ਹੁੰਦੇ ਵਾਸਤੇ ਵਾਲੇ, ਜਿਵੇਂ ਡਰਾਈਵਰ ਇੱਕ ਦੂਸਰੇ ਦਾ, ਠੀਕ ਹੈ, ਹਰ ਕੋਈ ਕੰਮ ਵਾਲਾ ਜਿਹੜਾ ਨਾ ਉਹ ਇੱਕ ਦੂਸਰੇ ਨਾਲ ਮਿਲਿਆ ਹੁੰਦਾ, ਇੱਕ ਦੂਸਰੇ ਦਾ ਉਹਨੂੰ ਪਤਾ ਹੁੰਦਾ। ਉਹ ਜੈਂਟ ਦੇ ਕੇ ਇੱਥੇ ਦਾ ਸੀ, ਉਹਨੇ ਮੌਲਵੀ ਦੇ ਘਰਦਿਆਂ ਨੂੰ ਕਿਹਾ ਲੈ ਵੀ ਕਿ ਤੁਸੀਂ ਜਿਹੜਾ ਨਾ 8 ਲੱਖ ਰੁਪਇਆ ਦੋ ਤੇ ਮੈਂ ਬੰਦਾ ਤੁਹਾਡਾ ਉੱਥੋਂ ਕਢਵਾ ਦਾਂਗਾ, ਬਾਕੀ ਤਿੰਨਾਂ ਦੀ ਨਹੀਂ ਮੈਂ ਜ਼ਿੰਮੇਵਾਰੀ ਲੈਣਾ। ਇਹਨਾਂ ਨੇ 8 ਲੱਖ ਰੁਪਇਆ ਦਿੱਤਾ। 8 ਲੱਖ ਰੁਪਇਆ ਦੇ ਕੇ ਤੇ ਫਿਰ ਯਾਨੀ ਕਿ ਉਹਨਾਂ ਨੇ ਉੱਥੋਂ ਕੱਢਿਆ ਹੈ। ਉਹਨਾਂ ਨੇ ਤਦ ਵੀ ਨਹੀਂ ਕੱਢਿਆ, ਯਾਨੀ ਕਿ 2-4 ਦਿਨ ਕੱਢਿਆ। ਤੇ ਲੇਕਿਨ ਸਾਡੇ ਤੋਂ ਜਿੱਦਣ ਅਸੀਂ ਨੱਸਿਆ, ਸਾਡੇ ਤੋਂ 3 ਮਹੀਨੇ ਤੱਕ ਉੱਥੇ ਕੁੱਟ ਖਾਂਦਾ ਰਿਹਾ। ਤੇ ਇੱਥੋਂ ਗਿਆ ਸੀ, ਆ ਵੀਡੀਓ ਅਸੀਂ ਬਣਾਈ ਉਹਨੇ ਥੋੜੀ, ਜਿੱਦਣ ਅਖੀਰ ਵਾਲੀ ਵੀਡੀਓ ਉਹਨੇ 'ਚ ਬਣਾਈ ਹੈ ਕੋਈ 7-8 ਮਿੰਟਾਂ ਦੀ ਵੀਡੀਓ, ਉਹ ਵੀ ਜ਼ਬਰਦਸਤੀ ਬਣਾਈ, ਉਹ ਤੁਹਾਨੂੰ ਵਿਖਾਉਂਦੇ ਆ।
ਤੇ ਉਹਦੇ ਚ ਵੇਖ ਲਿਓ ਉਹਦੀ ਸਿਹਤ ਸੁਹਤ ਵੇਖੋ, ਜਦੋਂ ਗਿਆ ਮੋਲ ਵੀ ਚੰਗਾ ਖਾਣਾ ਪੀਣਾ ਚੰਗਾ ਹੀ ਜਾਣੀ ਕਿ ਹੁਣ ਵੀ ਉਹ ਸਹੀ ਫਿਟਿਆ ਹੈ। ਹੈ। ਲੇਕਿਨ ਜਦੋਂ ਉੱਥੇ 3 ਮਹੀਨੇ ਰਹਿ ਕੁੱਟ ਕੇ ਉਹਨਾਂ ਨੇ ਐਸਾ ਨੂੰ ਯਾਨੀ ਕਿ ਬਹੁਤ ਜ਼ਿਆਦਾ ਉਹਨਾਂ ਤੇ ਤਸ਼ੱਦਦ ਕੀਤੀ, ਬਹੁਤ ਕੁੱਟਿਆ ਉਹਨੂੰ। ਸਾਡੇ ਹੀ ਸਦੇ ਵੀ ਉਹਨਾਂ ਨੇ ਗੁੱਸਾ ਉਹਨਾਂ ਦੇ ਕੱਢਿਆ, ਸਿੱਧੀ ਗੱਲ ਹੈ। ਕਿਉਂਕਿ ਕਸੂਰ ਉਹਨਾਂ ਵੀ, ਅਸੀਂ ਵੀ ਸਾਰੇ ਬੰਦੇ 16 17 ਕਹਿੰਦੇ ਸੀ ਨੱਸੋ, ਲੇਕਿਨ ਉਹ ਨਹੀਂ ਸੀ ਨੱਸੇ ਆਪਣੀ ਜੀ, ਅਸੀਂ ਕਾਹਤੋਂ ਨੱਸ ਗਏ ਇਹ ਉਹਨਾਂ ਪਰ। ਉਹ ਫਿਰ ਉਹਨਾਂ ਨੂੰ ਕੁੱਟ ਪੈਂਦੀ ਸੀ। 3 ਮਹੀਨਿਆਂ ਬਾਅਦ ਜਦੋਂ ਆਇਆ ਤੇ ਐਵੇਂ ਸੁੱਕਾ ਪਿਆ ਸੀ ਤੇ ਬੁਰਾ ਹਾਲ ਕਿ ਆਣ ਕੇ ਉਹਨੇ 4 ਮਹੀਨੇ ਘਰੋਂ ਨਹੀਂ ਬਾਹਰ ਨਿਕਲਿਆ। ਤੇ ਬਾਕੀ ਭਾਈ ਰੌਫ ਵੀ ਦੱਸ ਦੇਵੇ, ਇੱਥੇ ਜਦੋਂ ਆ ਗਿਆ ਇਹਦਾ ਭਾਈ ਰੌਫ ਨੂੰ ਹੀ ਪਤਾ ਲੱਗ ਗਿਆ ਕੋਈ ਕੀ ਬਣਿਆ। ਤੇ ਉਹ ਤੋਂ ਭਾਜੀ ਬਾਅਦ ਦੇ ਵਿੱਚ ਨਾ ਉਹ ਪੈਸੇ ਨੂੰ ਮਾਰਦੇ ਸਨ, ਇੰਨੇ ਪੈਸੇ ਭੇਜੋ, 2-4 ਵਾਰੀ ਇਹਨਾਂ ਨੇ 2-2 ਲੱਖ ਕਰਕੇ ਭੇਜਿਆ, ਜਿੰਨਾ ਭੇਜ ਦਿਓ। ਉਹ 2-2 ਲੱਖ ਕਰਕੇ ਭੇਜਦੇ ਸਨ। ਫਿਰ ਅਗਲੇ ਦਿਨ ਦੂਸਰੇ ਤੀਸਰੇ ਦਿਨ ਫਿਰ ਫੋਨ ਆ ਜਾਂਦਾ ਸੀ ਕਿ ਭਾਈ ਉਹ ਮੈਨੂੰ ਮਾਰਦੇ ਨੇ, ਮੈਨੂੰ ਮੇਰੇ ਨਾਲ ਤਸ਼ੱਦਦ ਕਰਦੇ, ਮੇਰੀਆਂ ਬਾਹਾਂ ਬੰਨ੍ਹ ਦਿੰਦੇ, ਮੇਰੀਆਂ ਲੱਤਾਂ ਬੰਨ੍ਹ ਦਿੰਦੇ ਨੇ ਤੇ ਉਹ ਮੇਰੇ ਨਾਲ ਤਸ਼ੱਦਦ ਕਰਦੇ ਤੇ ਹੋਰ ਪੈਸੇ ਭੇਜੋ। ਹੁਣ ਘਰ ਵਾਲੇ ਮਜਬੂਰ ਹੁੰਦੇ ਨੇ ਭਾਜੀ, ਬੰਦਾ ਕੀ ਕਰ ਸਕਦਾ। ਔਲਾਦ ਨੂੰ ਕੋਈ ਸ਼ਾਇਦ ਚੰਗੀ ਨਹੀਂ ਹੁੰਦੀ, ਕੋਈ ਦੌਲਤ ਉਹਦੇ ਅੱਗੇ ਸਿਫਰ ਹੈ। ਸਹੀ ਹਾਂਜੀ, ਕੋਈ ਦੌਲਤ ਕੋਈ ਮਹਿਨਾ ਨਹੀਂ ਰਖਾਉਂਦੀ ਔਲਾਦ ਵਾਸਤੇ, ਬੰਦੇ ਨੂੰ ਕੋਈ ਬਹੁਤ ਕੁਝ ਕਰਨਾ ਪੈਂਦਾ ਦੌਲਤ ਮਗਰ। ਤੇ ਉਹ ਭਾਜੀ ਉਹਦੀ ਮਾਂ ਸੀ, ਉਹਦੇ ਭਰਾ ਭੈਣ ਭਾਈ ਭੈਣ ਸਨ, ਉਹ ਸਾਨੂੰ ਵੀ ਆਣ ਕੇ ਕਹਿੰਦੇ ਸਨ, ਕਿਉਂਕਿ ਮੈਂ ਤੇ ਇਹਨਾਂ ਨੂੰ ਜਲਦੀ ਆ ਗਿਆ ਬਾਅਦ ਚ। ਭਾਈ ਬਹਾਦਰ ਮੇਰੇ ਤੋਂ ਬਾਅਦ ਚ ਪਹੁੰਚੇ ਨੇ, ਮੈਂ ਤੇ ਕਾਸਮ ਪਹਿਲੇ ਆ ਗਏ ਸਾਂ। ਉਹ ਸਾਡੇ ਕੋਲ ਵੀ ਉਹਨਾਂ ਦੇ ਭੈਣ ਭਰਾ ਆਉਂਦੇ ਸਨ ਤੇ ਉਹ ਕਿਵੇਂ ਉੱਥੇ ਕੀਤਾ, ਕਿਵੇਂ ਦਾ ਹੋਇਆ। ਮੈਂ ਆਖਿਆ ਅਸੀਂ ਉਹਨੂੰ ਕੀ ਕਹਿ ਸਕਦੇ ਹਾਂ ਕਿਵੇਂ ਦਾ, ਉਹ ਤੇ ਹੁਣ ਤੁਰਕੀ 'ਚ ਬੈਠਾ, ਹੁਣ ਅਸੀਂ ਇੱਥੇ ਬੈਠੇ ਹਾਂ, ਹੁਣ ਸਾਨੂੰ ਕੀ ਪਤਾ ਉੱਥੇ ਉਹਦੇ ਨਾਲ ਕੀ ਹੁੰਦਾ ਪਿਆ। ਤੁਸੀਂ ਤਾਂ ਫੋਨ ਸੁਣਦੇ ਆਉਂਦੇ, ਅਸੀਂ ਉੱਥੇ ਫੋਨ ਸੁਣਦਾ ਹੀ ਹਾਂ ਸਾਰੀ ਦਿਹਾੜੀ, ਕਦੇ ਕੋਈ ਫੋਨ ਆ ਜਾਂਦਾ, ਕਦੇ ਕੋਈ ਆ ਜਾਂਦਾ, ਕਦੇ ਕੋਈ ਆ ਜਾਂਦਾ। ਤੇ ਉਹ ਤੋਂ ਬਾਅਦ ਉਹ ਅੱਲਾਹ ਤਾਲਾ ਦਾ ਉਹਨੂੰ ਐਸਾ ਨੇਕ ਬੰਦਾ ਮਿਲ ਗਿਆ। ਹਾਂਜੀ, ਜਦੋਂ ਅੱਲਾਹ ਤਾਲਾ ਸੁਣਦਾ ਨਾ ਫਿਰ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ। ਰੱਬ ਨੂੰ ਯਾਦ ਰੱਖਣਾ ਚਾਹੀਦਾ ਕਿ ਮੁਸ਼ਕਲ ਪੇਸ਼ ਆਵੇ, ਮਸਲ ਮੁਸ਼ਕਲ ਅਸੀਂ ਤਾਂ ਮੁਸਲਮਾਨ ਆ ਭਾਈ, ਜਦੋਂ ਸਾਨੂੰ ਮੁਸ਼ਕਲ ਆਉਂਦੀ ਹੈ ਨਾ ਅਸੀਂ ਤੇ ਉਹਦੇ ਰੱਬ ਨੂੰ ਯਾਦ ਕਰਨਾ, ਪਹਿਲਾਂ ਸਾਨੂੰ ਰੱਬ ਕੋਈ ਯਾਦ ਨਹੀਂ। ਸਾਰਿਆਂ ਨੂੰ ਭੁੱਲਿਆ, ਪਹਿਲਾਂ ਤਾਂ ਸਾਰਿਆਂ ਨੂੰ ਰੱਬ ਭੁੱਲਿਆ ਹੁੰਦਾ ਕਿ ਭਾਈ ਅਸੀਂ ਆਹ ਕੰਮ ਕਰਨ ਲੱਗੇ ਹਾਂ। ਉਦੋਂ ਬੰਦਾ ਰੱਬ ਨੂੰ ਯਾਦ ਕਰ ਲੈ ਨਾ। ਤੇ ਮੈਂ ਤੇ ਮੇਰੀ ਤਾਂ ਸੋਚ ਇਹ ਕਹਿੰਦੇ ਕਿ ਬੰਦਾ ਬੜੀਆਂ ਮੁਸ਼ਕਲਾਂ ਤੋਂ ਬੰਦਾ ਬਚ ਜਾਂਦਾ। ਬਿਲਕੁਲ। ਤੇ ਉਹ ਭਾਜੀ ਅੱਲਾਹ ਤਾਲਾ ਨੇ ਉਹਦੇ ਭਾਈ ਦੀ, ਭਾਈ ਮੌਲਵੀ ਦੀ ਅੱਲਾਹ ਤਾਲਾ ਨੇ ਸੁਣੀ, ਕਿਉਂਕਿ ਮਾਂ ਉਹਦੀ ਸੀ, ਘਰ ਭੈਣਾਂ ਭਰਾ ਦੁਆਵਾਂ ਕਰਦੇ ਸਨ। ਕੋਈ ਅੱਲਾਹ ਦੁਆ ਕਿਸੇ ਦੀ ਮਾਂ ਨੇ ਕਹਿੰਦਾ ਕਿ ਮਾਂ ਦੀ ਤਾਂ ਦੁਆ ਅੱਲਾਹ ਤਾਲਾ ਬਹੁਤ ਜਲਦੀ ਕਬੂਲ ਕਰਦਾ। ਤੇ ਉਹ ਤੋਂ ਬਾਅਦ ਨਾ ਉਹਨਾਂ ਨੇ ਮਿਹਰਬਾਨੀ ਕੀਤੀ, ਮੌਲਵੀ ਸਾਹਿਬ ਨੂੰ ਇੰਨੇ ਪੈਸੇ ਲਏ। ਹਾਂਜੀ, ਤੇ ਉਹਦੀ ਮਾਂ ਵੀ ਉਹਦੇ ਕੰਮ ਦੇ ਨਾਲ ਪਿੱਛੋਂ ਨਾ ਬਹੁਤ ਜ਼ਿਆਦਾ ਬਿਮਾਰ ਹੋ ਗਈ। ਹਾਂਜੀ, ਤੇ ਉਹ ਆਪਣੇ ਬੇਟੇ ਦੀ ਵਜ੍ਹਾ ਤੋਂ, ਤੇ ਬੇਟਾ ਤੇ ਚਲੋ ਵਾਪਸ ਆ ਹੀ ਗਿਆ ਫਿਰ। ਹਾਂਜੀ, 3 ਮਹੀਨਿਆਂ 3 ਮਹੀਨਿਆਂ ਬਾਅਦ ਬਾਅਦ ਇਹ ਭਾਈ ਜ਼ਾਦ ਜਦੋਂ ਉੱਥੋਂ ਆਏ ਨਾ, ਉਹ ਤੋਂ 3 ਮਹੀਨਿਆਂ ਬਾਅਦ ਮੌਲਵੀ ਸਾਹਿਬ ਪਾਕਿਸਤਾਨ ਪਹੁੰਚੇ। ਨਹੀਂ ਤੇ ਉੱਥੇ ਹੀ ਰਹਿ ਕੇ ਨਹੀਂ ਤੇ ਉਸ ਕੈਦ ਦੇ ਵਿੱਚ ਹੀ ਰਹੇ। ਤੇ ਅਸੀਂ ਉਸ ਮੌਲਵੀ ਸਾਹਿਬ ਦੀ ਉਦੋਂ ਹਾਲਤ ਦੇਖੀ ਸੀ, ਕਮ ਅਜ਼ ਕਮ ਮੌਲਵੀ ਸਾਹਿਬ ਜਦੋਂ ਸਾਡੇ ਨਾਲ ਉੱਥੇ ਗਏ ਸਨ, ਉਦੋਂ ਕਮ ਅਜ਼ ਕਮ ਉਹਦਾ 80-85 ਕਿਲੋ weight ਸੀ ਉਹਦਾ। ਹਾਂਜੀ, 80-85 ਕਿਲੋ ਦਾ weight ਸੀ। ਤੇ ਜਦੋਂ ਉਹ ਵਾਪਸ ਇੱਥੇ ਪਾਕਿਸਤਾਨ ਆਇਆ, ਕਮ ਅਜ਼ ਕਮ ਉਹਦਾ weight ਜਿਹੜਾ ਹੋਣਾ ਨਾ 35 ਤੋਂ 40 ਕਿਲੋ ਹੋਣਾ। 35 ਤੋਂ 40 ਕਿਲੋ ਉਸ ਬੱਚੇ ਦਾ ਵਜ਼ਨ ਹੁੰਦਾ ਜਿਹੜਾ 7-8 ਸਾਲ ਦਾ ਹੁੰਦਾ। 7-8 ਜਾਂ 10 ਸਾਲ ਦਾ ਬੱਚਾ ਲਾ ਲਓ, ਉਹਦੀ ਇੰਨੀ ਦੂਜਾ ਕੇਜੀ ਹੁੰਦੀ ਹੈ। ਤੇ ਉਹ ਜਦੋਂ ਵਾਪਸ ਘਰ ਆਇਆ ਤੇ ਉਹਦੀ ਵਾਲਦਾ ਬੜੀ ਪਿੱਛੋਂ ਬਿਮਾਰ ਹੋ ਗਈ। ਹਾਂਜੀ, ਤੇ ਬੰਦਾ ਕੰਮ ਨਾਲ ਬਿਮਾਰ ਹੋ ਜਾਂਦਾ। ਜਦੋਂ ਮੈਂ ਵੀ ਵਾਪਸ ਆਇਆ, ਮੇਰੇ ਵੀ ਬੱਚੇ ਸਾਰੇ ਬਿਮਾਰ ਹੋ ਗਏ ਸਨ। ਹਾਂਜੀ, ਤੇ ਮੇਰੀਆਂ ਤਾਂ ਬੱਚੀਆਂ ਸਨ ਛੋਟੀਆਂ, ਮੈਂ ਉਹਨਾਂ ਬੱਚੀਆਂ ਨੂੰ ਛੱਡ ਕੇ ਤੇ ਆਹ ਕੰਮ ਕੀਤਾ। ਹਾਂਜੀ, ਉਹ ਤੇ ਮੈਨੂੰ ਬਾਅਦ ਚ ਫਿਰ ਯਾਦ ਆਇਆ ਨਾ ਕਿ ਯਾਰ ਮੈਨੂੰ ਆਹ ਕੰਮ ਨਹੀਂ ਸੀ ਕਰਨਾ ਚਾਹੀਦਾ। ਹਾਂਜੀ, ਬਹਰਹਾਲ ਉਦੋਂ ਬੰਦੇ ਦੀ ਸੋਚ ਹੋਰ ਹੁੰਦੀ ਹੈ। ਹਾਂਜੀ, ਤੇ ਸਾਡੇ ਕੋਲ ਇੰਨਾ ਪੈਸਾ ਆਏਗਾ, ਅਸੀਂ ਅਮੀਰ ਹੋ ਜਾਵਾਂਗੇ। ਉਦੋਂ ਬੰਦਾ ਭੁੱਲ ਜਾਂਦਾ, ਅਤੇ ਉਦੋਂ ਬੰਦਾ ਹਰ ਸ਼ਾਇ ਭੁੱਲ ਜਾਂਦਾ ਭਾਜੀ। ਤੇ ਬਹਰਹਾਲ ਉਦੋਂ ਭੁੱਲਣਾ ਨਹੀਂ ਚਾਹੀਦਾ ਜਦੋਂ ਇਹੋ ਜਿਹਾ ਕੰਮ ਕਰੀਏ। ਹਾਂਜੀ, ਤੇ ਉਸ ਤੋਂ ਬਾਅਦ ਮੌਲਵੀ ਸਾਹਿਬ ਉਹਦੇ ਆਪਣੇ ਘਰ ਆ ਗਏ ਨੇ। ਤੇ ਠੀਕ ਕੁਝ ਅਰਸੇ ਬਾਅਦ ਉਹਨਾਂ ਦੀ 20-25 ਦਿਨਾਂ ਬਾਅਦ 20-25 ਦਿਨਾਂ ਬਾਅਦ ਉਹਨਾਂ ਦੀ ਵਾਲਦਾ ਜਿਹੜੀ ਨਾ
ਇਸ ਬਹੁਤ ਦੁਨੀਆ ਵਧੀਆ। ਤੋਂ ਪਰਦਾ ਕਰਕੇ। ਉਹ ਸਿਰਫ ਮੌਲਵੀ ਸਾਹਿਬ ਹੋਰਾਂ ਦੀ ਸਿਹਤ ਦੀ ਉਹ ਜੁਦਾਈ ਦੀ ਵਜ੍ਹਾ ਤੋਂ, ਮਾਂ ਦੇ ਜੁਦਾਈ ਨਹੀਂ ਨਾ ਬਰਦਾਸ਼ਤ ਕਰਦੀ। ਮਾਂ ਦੇ ਰਾਤ ਨੂੰ ਪੁੱਤਰ ਸੁੱਤਾ ਹੋਵੇ ਤੇ ਉਹਨੂੰ 100 ਵਾਰ ਤੇ ਉੱਠ ਕੇ ਵਹਿੰਦੀ ਕਿ ਮੇਰਾ ਪੁੱਤਰ ਨੂੰ ਜਾਗਦਾ ਹੈ, ਸੁੱਤਾ, ਜਾਂ ਇਹਨੇ ਪਿਸ਼ਾਬ ਕੀਤਾ ਹੈ, ਜਾਂ ਇਹਦੀ ਮੈਂ ਬਦਲਾਂ, ਪਜਾਮੀ ਬਦਲਾਂ। ਹਾਂਜੀ, ਆਪ ਗਿੱਲੇ ਤੇ ਸੋਏਗੀ, ਮਾਂ ਨੂੰ ਮਾਂ ਉਹਨੂੰ ਸੁੱਕੇ ਤੇ ਸਵਾਏਗੀ। ਆਪਣੇ ਬੇਟੇ ਨਾਲ ਇੰਨਾ ਉਹ ਪਿਆਰ ਕਰਦੀ ਹੈ, ਆਪਣੀ ਔਲਾਦ ਦੇ ਨਾਲ ਇੰਨਾ ਹੀ ਪਿਆਰ ਕਰਦੀ ਹੈ। ਇਹ ਅੱਲਾਹ ਤਾਲਾ ਨੇ ਲਾ ਜਦੋਂ ਜਵਾਨ ਹੋਏ ਉਹਨੇ ਹਾਂਜੀ। ਕਰਕੇ ਵੀ ਲੈ ਕੇ ਤੁਸੀਂ ਕੀਤਾ ਕੀ ਹੈ ਇਹ ਅੱਲਾਹ ਤਾਲਾ ਨੇ ਸਾਨੂੰ ਐਸਾ ਅਨਮੋਲ ਤੋਹਫਾ ਦਿੱਤਾ ਹੈ ਮਾਂ ਦਾ, ਕਿ ਇਹ ਕੋਈ ਇਹ ਜੀ ਗੱਲ ਜਾਣਦਾ ਹੈ। ਹਾਂਜੀ, ਤੇ ਅਸੀਂ ਤਾਂ ਤੁਹਾਡੇ ਅੱਗੇ ਰਿਕੁਐਸਟ ਇਹ ਕਰਦੇ ਹਾਂ ਆਪਣਾ ਕਿ ਮਾਂ ਭਾਈ ਪਿਓ ਦਾ ਅਦਬ ਕਰੋ। ਆਪਣੀ ਮਾਂ ਪਿਓ ਦੀ ਖਾਤਰ, ਆਪਣੇ ਬੱਚਿਆਂ ਦੀ ਖਾਤਰ ਇਹੋ ਜਿਹਾ ਸਫ਼ਰ ਕਦੀ ਨਾ ਕਰਿਓ। ਹਾਂਜੀ, ਜੇ ਕਰਨਾ ਤੁਸੀਂ ਤੇ ਸਹੀ ਤਰੀਕੇ ਦੇ ਨਾਲ ਜਾਓ, ਜਿਹਦੇ ਵਿੱਚ ਤੁਹਾਨੂੰ ਮਾਂ ਪਿਓ ਨੂੰ, ਸਭ ਤੁਹਾਡੇ ਬੱਚਿਆਂ ਨੂੰ, ਤੁਹਾਡੇ ਰਿਸ਼ਤੇਦਾਰਾਂ ਨੂੰ ਕੋਈ ਐਸੀ ਪਰੇਸ਼ਾਨੀ ਤੋਂ ਗੁਜ਼ਰਨਾ ਨਾ ਪਵੇ ਜੋ ਕੱਲ ਨੂੰ ਉਹਨਾਂ ਵਾਸਤੇ ਨਾ ਮਸਲਾ ਬਣ ਜਾਵੇ। ਹਾਂਜੀ, ਤੇ ਬਸ ਇੰਨਾ ਤੁਹਾਨੂੰ ਇਹ ਗੱਲਬਾਤ ਅਸੀਂ ਦੱਸਣੀ ਸੀ। ਹਾਂਜੀ, ਹੁਣ ਜਿਸ ਤਰ੍ਹਾਂ ਵੀ ਇਨਸ਼ਾਅੱਲਾ ਤਾਲਾ ਉਹ ਭਾਈ ਇੱਕ ਸਾਡੇ ਰਹਿੰਦੇ ਨੇ ਜਿਨ੍ਹਾਂ ਦੇ ਉਹਨਾਂ ਨੇ ਨਾਖੂਨ ਖਿੱਚੇ ਸਨ ਪੈਰਾਂ ਦੇ ਤੇ ਹੱਥਾਂ ਦੇ, ਉਹਦੀ ਇੱਕ ਮਾਂ ਸੀ ਪਿੱਛੇ। ਹਾਂਜੀ, ਤੇ ਉਹ 2 ਭੈਣ ਭਰਾ ਨੇ, ਤੇ ਉਹ ਜਿਹੜਾ ਸਾਡੇ ਨਾਲ ਗਿਆ ਸੀ, ਅਸੀਂ ਤੇ ਸੋਚ ਨਹੀਂ ਸਕਦੇ ਕਿ ਯਾਰ ਉਹ ਸਾਡੇ ਨਾਲ ਤਿਆਰ ਹੋ ਜਾਏਗਾ, ਯਾਰ ਏਦਾਂ ਚੱਲ ਜਾਏਗਾ। ਬਹਰਹਾਲ ਜਿਹੜੀ ਇਹਨਾਂ ਰੁਪਈਆ ਵੀ ਸਭ ਕੁਝ ਕਰਾਉਂਦਾ ਹੈ। ਅੱਜ ਕੱਲ੍ਹ ਤੇ ਰੁਪਈਆ ਹੀ ਆ, ਕੋਈ ਹੋਰ ਕੋਈ ਗੱਲਬਾਤ ਨਹੀਂ ਹੈਗੀ। ਉਹਦਾ ਵੀ ਇਨਸ਼ਾਅੱਲਾ ਤਾਲਾ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ। ਤੇ ਹੁਣ ਤਾਂ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ, ਪਰ ਇਜਾਜ਼ਤ ਤੋਂ ਪਹਿਲੇ ਤੁਹਾਨੂੰ ਇੱਕ ਹੋਰ ਗੱਲ ਇਹ ਦੱਸਣੇ ਆ ਕਿ ਯਾਰ ਜਿੰਨਾ ਸਾਡਿਆਂ ਭਰਾਵਾਂ ਨੇ ਸਾਡੀ ਵੀਡੀਓ ਵੇਖੀ ਹੈ ਨਾ, ਹਾਂ, ਵੇਖ ਕੇ ਚੰਗਿਆਂ ਲਫ਼ਜ਼ਾਂ ਦੇ ਵਿੱਚ ਸਾਨੂੰ ਦੂਜਾ ਯਾਦ ਕੀਤਾ ਹੈ। ਹਾਂਜੀ, ਅਸੀਂ ਉਹਨਾਂ ਨੂੰ ਸਲਾਮ ਪੇਸ਼ ਕਰਦੇ ਹਾਂ। ਤੇ ਦੂਸਰੀ ਗੱਲ ਇਹ ਰਹੀ ਕਿ ਯਾਰ ਜਿਸ ਬੰਦੇ ਦੇ ਨਾਲ ਵੀ ਜਿਸ ਮੇਰੇ ਭਰਾ ਦੇ ਨਾਲ ਇਹ ਵਾਕਿਆ ਹੋਇਆ ਹੈ, ਉਹ ਜ਼ਰੂਰ ਦੂਸਰਾ ਲੋਕਾਂ ਨੂੰ ਦੱਸਿਆ ਕਰੋ, ਆਪਣੇ ਦੋਸਤਾਂ ਨੂੰ ਦੱਸਿਆ ਕਰੋ ਕਿ ਯਾਰ ਇਹ ਕੰਮ ਸਹੀ ਨਹੀਂ ਹੈ। ਹਾਂਜੀ, ਸ਼ਾਇਦ ਉਸ ਉਹਦੇ ਜ਼ਿਹਨ ਦੇ ਵਿੱਚ ਇਹ ਗੱਲ ਆ ਜਾਏ ਕਿ ਯਾਰ ਇਹ ਬੰਦਾ ਸਹੀ ਆਉਂਦਾ ਹੈ, ਕਿਉਂਕਿ ਇਹਨੂੰ ਤੇ ਇਹ ਪ੍ਰੋਬਲਮ ਹੋਈ ਹੈ ਕਿ ਮੇਰੇ ਨਾਲ ਵੀ ਇਹ ਹੋ ਨਾ ਜਾਵੇ, ਉਹ ਸ਼ਾਇਦ ਰੁਕ ਜਾਵੇ। ਹਾਂਜੀ, ਤੇ ਅੱਲਾਹ ਤਾਲਾ ਤੁਹਾਡੀਆਂ ਦੂਜਾ ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀ ਦੇਵੇ, ਤੇ ਅੱਲਾਹ ਤਾਲਾ ਤੁਹਾਨੂੰ ਸਿੱਧੇ ਰਾਸਤੇ ਲਾਵੇ ਤੇ ਬੁਰੇ ਲੋਕਾਂ ਕੋਲੋਂ ਬਚਾਏ ਆ, ਜਿਹੜੇ ਚੈਨਲ ਵਗੈਰਾ ਬੁਰੇ ਲੋਕਾਂ ਕੋਲੋਂ। ਤੇ ਇਹਨਾਂ ਨੂੰ ਥੋੜਾ ਜਿਹਾ ਉਹ ਵੀ ਦੱਸ ਦਿਓ, ਕਿਉਂਕਿ ਉਹਨਾਂ ਨੇ ਵੀਡੀਓ 'ਚ ਮੈਸੇਜ ਥੱਲੇ ਕਰਕੇ ਪੁੱਛਣਾ ਹੈ ਕਿ ਮੌਲਵੀ ਆਪ ਕਿਉਂ ਨਹੀਂ ਆਇਆ, ਆਪ ਕਿਉਂ ਨਹੀਂ ਬੋਲਿਆ। ਉਹ ਸਰ ਜੀ ਮੌਲਵੀ ਆਪ ਇਸ ਵਜ੍ਹਾ ਤੋਂ ਨਹੀਂ ਬੋਲਿਆ ਕਿ ਅਸੀਂ ਉਹਨੂੰ ਸਪੈਸ਼ਲ ਆਈ ਦਾ ਵੀਡੀਓ ਤੇ ਆ ਜਿਹੜੀ ਅਸੀਂ ਉਹਨੂੰ ਲੈ ਕੇ ਆਏ ਸਾਂ ਮੌਲਵੀ ਸਾਹਿਬ ਹੋਰਾਂ ਨੂੰ। ਅਸੀਂ ਆਖਿਆ ਯਾਰ ਏਦਾਂ ਅਸੀਂ ਆਹ ਕੰਮ ਕੀਤਾ ਹੈ, ਆ ਨੇਕੀ ਦਾ ਕੰਮ ਕਰਨਾ ਹੈ, ਚਲੋ ਤੁਸੀਂ ਵਿੱਚ ਸ਼ਾਮਲ ਹੋ। ਤੇ ਉਹ ਨਾ ਕੋਈ ਜਾਂਦਾ ਯਾਰ ਮੈਨੂੰ ਇਹ ਨਾ ਅੱਛਾ ਨਹੀਂ ਲੱਗਦਾ, ਹਾਂ ਮੈਂ ਕਾਹਤੋਂ ਆਵਾਂ, ਮੈਂ ਨਹੀਂ ਆਉਣਾ ਯਾਰ, ਇਹਦਾ ਮੈਨੂੰ ਚੰਗੀ ਗੱਲ ਨਹੀਂ ਲੱਗਦੀ ਹੈ। ਅਸੀਂ ਸੋਚਿਆ ਚਲੋ ਯਾਰ ਜੇ ਤੈਨੂੰ ਚੰਗੀ ਨਹੀਂ ਲੱਗਦੀ ਫਿਰ ਅਸੀਂ ਪਾਗਲ ਹਾਂ, ਸਾਨੂੰ ਤੇ ਚੰਗੀ ਲੱਗੀ ਹੈ ਤੇ ਅਗਲੇ ਲੋਕਾਂ ਨੂੰ ਦੱਸ ਦਿੱਤਾ, ਚਲੋ ਉਹਨਾਂ ਦਾ ਫਾਇਦਾ ਹੀ। ਅਸੀਂ ਉਹਨਾਂ ਦੇ ਜੇ ਆਪਣੀ ਬੇਇੱਜ਼ਤੀ ਨਹੀਂ ਮਹਿਸੂਸ ਕੀਤੀ, ਅਸੀਂ ਦੱਸਿਆ ਕਿ ਸਾਨੂੰ ਕੁੱਟ ਪਈ, ਉਹ ਜਿਹੜੀ ਪੈਣੀ ਸੀ ਉਹ ਤੇ ਪੈ ਗਈ ਹੈ। ਲੇਕਿਨ ਸਾਡੇ ਦੱਸਣ ਨਾਲ ਕੋਈ ਨਾ ਕੋਈ ਬੰਦਾ ਬਣ ਜਾਏ ਤੇ ਬਹੁਤ ਅੱਛੀ ਗੱਲ ਹੈ। ਲੇਕਿਨ ਉਹ ਲੋਕ ਭਾਜੀ ਮੇਰੇ ਇੱਧਰ ਗੱਲ ਸੁਣੋ, ਮੈਂ ਤੁਹਾਨੂੰ ਦੱਸਣਾ ਵਾ, ਮੈਂ ਤੇ ਭਾਈ ਸਾਹਿਬ ਨੇ ਜਿਹੜੀ ਆ ਵੀਡੀਓ ਬਣਾਈ ਹੈ, ਥੋੜੀ ਬਣਾਈ ਆ ਬਹੁਤੀ ਬਣਾਈ ਹੈ, ਤੇ ਤੁਹਾਨੂੰ ਅਜੇ ਸੱਚੇ ਵਾਕਿਆ ਸੁਣਾਏ, ਝੂਠ ਮਾਰਨ ਦੀ ਕੋਈ ਲੋੜ ਨਹੀਂ, ਨਾ ਅਸੀਂ ਝੂਠ ਮਾਰਦਾ ਹੀ ਹਾਂ। ਹਾਂਜੀ, ਅਸੀਂ ਹੋਰ ਵੀ ਅਸੀਂ ਦੋਸਤਾਂ ਨਾਲ ਸਾਡੇ ਕੰਟੈਕਟ ਹੈਗੇ ਨੇ ਹੁਣ ਅੱਲਾ ਦੀ ਮਿਹਰਬਾਨੀ ਨਾਲ, ਜਿਨ੍ਹਾਂ ਨਾਲ ਇਹ ਵਾਕਿਆਤ ਹੋਏ ਨੇ। ਜੇ ਸਾਨੂੰ ਅਗਰ ਉੱਥੇ ਵੀ ਜਾਣਾ ਪਿਆ ਨਾ, ਅਸੀਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀਆਂ ਦੂਜਾ ਵੀਡੀਓ ਬਣਾ ਕੇ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਪੇਸ਼ ਆਈਆਂ ਨੇ ਕਿ ਉਹਨਾਂ ਦੀਆਂ ਵੀ ਉਹ ਦੱਸਾਂਗੇ ਵਿੱਚ ਤੁਹਾਨੂੰ, ਕਿਉਂਕਿ ਇਹ ਨਾ ਸਾਡੇ ਦਾ ਜਿਹੜਾ ਸਿਰਫ ਸਾਡੇ ਤੇ ਨਹੀਂ ਇਹ ਕੰਮ ਹੋਇਆ, ਇਹ ਨਾ ਕਿਉਂਕਿ ਇਹ ਜ਼ਹਾਬ ਤੇ ਹੋਇਆ ਜਾਂ ਕਾਸਮ ਤੇ ਹੋਇਆ ਜਾਂ ਰੌਫ ਤੇ ਹੋਇਆ ਜਾਂ ਮੌਲਵੀ ਤੇ ਹੋਇਆ, ਇਹ ਸਾਡੇ ਤਿੰਨਾਂ ਚੋਂ ਤੇ ਪ੍ਰੋਬਲਮ ਨਹੀਂ ਹੋਈ। ਹਾਂਜੀ, ਇਹ ਹੋਰ ਵੀ ਪਤਾ ਨਹੀਂ ਕਿੰਨੇ ਕੋਈ ਲੱਖਾਂ ਦੇ ਹਿਸਾਬ ਨਾਲ ਬੰਦੇ ਨੇ
ਜਿਨ੍ਹਾਂ ਦੇ ਵਿਚਾਰੇ ਜਿਹੜੇ ਵਾਪਸ ਵੀ ਨਹੀਂ ਜਿਹੜੇ ਹੁੰਦੇ, ਕਈਆਂ ਵਾਪਸ ਦੀਆਂ ਵੀ ਲਾਸ਼ਾਂ ਵੀ ਨਹੀਂ ਹੁੰਦੀਆਂ। ਜਿਨ੍ਹਾਂ ਮਾਂ ਪਿਓ ਨੇ ਆਪਣਾ ਉਹਨਾਂ ਨੂੰ ਭੇਜਿਆ ਇਸ ਰਸਤੇ ਦੇ ਵਿੱਚ, ਉਹ ਜਿਹੜੇ ਵਾਪਸ ਵੀ ਨਹੀਂ ਉਹਨਾਂ ਨੂੰ ਉਹਨਾਂ ਦਾ ਮੂੰਹ ਵੇਖਣਾ ਵੀ ਨਸੀਬ ਨਹੀਂ ਹੋਇਆ। ਉਹਨਾਂ ਦੀ ਨਾ ਕੋਈ ਕਬਰ, ਨਾ ਉਹਨਾਂ ਦਾ ਕੋਈ ਇੱਥੇ ਗੱਲ, ਨਾ ਗੋਪਾਲ, ਉੱਥੇ ਜੰਗਲਾਂ ਪਹਾੜਾਂ ਦੇ ਵਿੱਚ ਹੀ ਸੜ ਖੱਪ ਗਏ ਨੇ। ਹਾਂਜੀ ਦੋਸਤੋ, ਤੁਹਾਨੂੰ ਅਬਦੁਲ ਰਊਫ ਨੇ ਸਾਰੀ ਗੱਲਬਾਤ ਦੱਸੀ ਹੈ ਤੇ ਅਸੀਂ ਯਾਨੀ ਕਿ ਫਿਰ ਵੀ ਨਾ ਉੱਥੇ ਗੱਲਾਂ ਕਰਨ ਦੇ ਦੌਰਾਨ ਥੋੜੀ ਬਹੁਤੀ ਉਹਦੀ ਵੀਡੀਓ ਬਣਾਈ ਹੈ 5-7 ਮਿੰਟਾਂ ਦੀ, ਉਹ ਵੀ ਆ ਇਹਦੇ ਵਿੱਚ ਨਾਲ ਐਡ ਕਰਕੇ ਤੁਹਾਨੂੰ ਵਿਖਾਵਾਂਗੇ ਵੀਡੀਓ। ਉਸ ਤੋਂ ਬਾਅਦ ਸਾਡੇ ਕੁਛ ਐਸੇ ਦੋਸਤ ਹੈ ਜਿਨ੍ਹਾਂ ਨੇ ਯਾਨੀ ਕਿ ਉਹ ਗਏ ਵੇ ਯੂਨਾਨ ਵੀ, ਅੱਗੇ ਇਟਲੀ ਵੀ ਰਹਿ ਕੇ 8-8 ਸਾਲ ਖੱਜਲ ਹੋ ਕੇ ਆ ਗਏ ਵੇ ਤੇ ਉਹਨਾਂ ਦੇ ਯਾਨੀ ਕਿ ਕਾਗਜ਼ ਵੀ ਨਹੀਂ ਬਣੇ। ਫਿਰ ਉੱਥੋਂ ਵਾਪਸੀ ਉਹ ਟੈਂਕੀਆਂ ਲਾ ਕੇ ਤੁਰਕੀ ਆਏ, ਉੱਥੋਂ ਡਿਪੋਰਟ ਹੋ ਕੇ ਆ ਗਏ ਵੇ ਤੇ ਉਹ ਜਿਵੇਂ ਰਹੇ ਵੇ ਉੱਥੇ ਯਾਨੀ ਕਿ ਯੂਨਾਨ ਦੇ ਵਿੱਚ ਪਿੰਡਾਂ ਦੇ ਵਿੱਚ। ਉਹ ਜਿਹੜੀ ਉਹਨਾਂ ਦੀ ਸਟੋਰੀ ਸਾਰੀ ਹੈ ਉਹ ਇਨਸ਼ਾਅੱਲਾ ਜਿਹੜਾ ਨਾ ਅੱਜ ਕੱਲ੍ਹ ਮੌਸਮ ਨਹੀਂ ਸਹੀ ਹੈ, ਧੁੰਦ ਬਹੁਤ ਜ਼ਿਆਦਾ ਵੇ, ਸੂਰਜ ਨਿਕਲਦਾ ਨਹੀਂ ਤੇ ਇਸ ਕਰਕੇ ਸਾਰੀ ਦਿਹਾੜੀ ਇੱਥੇ ਘਰਾਂ ਵਿੱਚ ਹੀ ਰਹੀਦਾ ਤੇ ਇਨਸ਼ਾਅੱਲਾ ਯਾਨੀ ਕਿ ਜਿਵੇਂ ਮੌਸਮ ਸੈੱਟ ਹੋਏਗਾ ਅਸੀਂ ਜਾਣਾ ਵੇ, ਜਾ ਕੇ ਉਹ ਭਾਈ ਹੁਣਾਂ ਦੀ ਵੀਡੀਓ ਬਣਾ ਕੇ ਉਹ ਵੀ ਲਿਆ ਕੇ ਤੁਹਾਨੂੰ ਵਿਖਾਵਾਂਗੇ। ਉਹਦੀ ਸਾਰੀ ਸਟੋਰੀ ਯਾਨੀ ਕਿ ਜਿਹੜੀ ਉਹ ਸਟੋਰੀ ਤੁਹਾਨੂੰ ਸੁਣਾਈ ਜਾਏਗੀ। ਤੇ ਇਹ ਜਿਹੜੀ ਸਾਡੀ ਵੀਡੀਓ ਜਿੰਨੀ ਵੀ ਸੀ ਮੌਲਵੀ ਨਹੀਂ ਆਪ ਕਹਿ ਸਕਿਆ, ਕਿਉਂਕਿ ਉਹ ਲੋਕ ਕਹਿ ਜੀ ਮੈਨੂੰ ਸ਼ਰਮ ਆਉਂਦੀ ਜਾਂ ਮੈਂ ਨਹੀਂ ਟੀਵੀ ਤੇ ਆਉਣਾ ਚਾਹੁੰਦਾ ਜਾਂ ਮੈਂ ਆਪਣੀ ਸਟੋਰੀ ਕਿਉਂ ਦੱਸਾਂ, ਤੇ ਲਿਹਾਜ਼ਾ ਅਸੀਂ ਆ ਥੋੜੀ ਬਹੁਤੀ ਕੈਮਰੇ ਦੀ ਅਸੀਂ, ਕਿਉਂਕਿ ਸਾਨੂੰ ਪਤਾ ਗਿਆ ਤੇ ਸਾਡੇ ਨਾਲ ਸਾਨੂੰ ਸਟੋਰੀ ਦਾ ਤਾਂ ਪਤਾ, ਲੇਕਿਨ ਅਸੀਂ ਚਾਹੁੰਦੇ ਸੀ ਲੈ ਕੇ ਆਪਣੇ ਮੂੰਹੋਂ ਦੱਸੇ, ਲੇਕਿਨ ਨਹੀਂ ਉਹਨੇ ਕਿਹਾ ਜੀ ਮੈਂ ਨਹੀਂ ਕਰਨੀ। ਚਲੋ ਯਾਰ, ਜੋ ਉਹਨੇ ਨਹੀਂ ਨਾ ਕਿਹਾ ਅੱਲਾਹ ਦਾ ਭਲਾ ਕਰੇ, ਸਹੀ ਹੈ ਕਿ ਨਹੀਂ। ਸਾਡੇ ਵਾਸਤੇ ਤਾਂ ਸਾਡਾ ਭਾਈ ਹੈ। ਹਾਂਜੀ, ਕੁਝ ਨਹੀਂ ਵੀ ਬੰਦੇ ਬੋਲ ਸਕਦੇ, ਬੰਦੇ ਨੂੰ ਝਾਕਾ ਹੁੰਦਾ ਤੇ ਉਹ ਕੋਈ ਮਸਲਾ ਨਹੀਂ। ਅੱਲਾਹ ਤਾਲਾ ਨੂੰ ਆਪਣੇ ਘਰ ਖੁਸ਼ ਰੱਖੇ। ਅੱਲਾਹ ਤਾਲਾ ਨੇ ਉਹਦੇ ਉੱਤੇ ਬੜੀ ਖਾਸ ਮਿਹਰਬਾਨੀ ਕੀਤੀ ਹੈ। ਉਹ ਆਪਣੇ ਘਰ ਆ ਗਿਆ, ਆਪਣੇ ਬੱਚਿਆਂ ਦੇ ਵਿੱਚ ਆ ਗਿਆ, ਆਪਣੇ ਭੈਣਾਂ ਭਰਾਵਾਂ ਦੇ ਵਿੱਚ ਆ ਗਿਆ। ਹਾਂਜੀ, ਇਹਦੇ ਨਾਲੋਂ ਵੱਡੀ ਹੋਰ ਕੋਈ ਖੁਸ਼ੀ ਨਹੀਂ ਹੁੰਦੀ। ਤੇ ਬਾਕੀ ਜਿਹੜਾ ਅੱਲਾਹ ਤਾਲਾ ਉਹਨੂੰ ਖੁਸ਼ ਰੱਖੇ। ਉਹ ਵੀ ਇਨਸ਼ਾਅੱਲਾ ਬਾਕੀ ਉਹ ਸਫਦਰ ਭਾਈ ਸਫਦਰ ਹੈ, ਉਹਦੀ ਦੂਜਾ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਜਲਦੀ ਆਉਂਦੀ ਬਣਾ ਦੇ। ਹਾਂਜੀ, ਤੇ ਭਾਈ ਆਖਰ ਤੇ ਤੁਹਾਨੂੰ ਗੱਲ ਇਹ ਦੱਸਣੀ ਚਾਹੁੰਦੇ ਅੱਗੇ, ਤੁਹਾਨੂੰ 1-2-3 ਵਾਰ ਦੱਸ ਦਿੱਤੀ, ਪਿਛਲੀਆਂ ਵੀਡੀਓ ਦੇ ਵਿੱਚ ਵੀ ਦੱਸੀਆਂ ਨੇ, ਇਸ ਵੀਡੀਓ ਦੇ ਵਿੱਚ ਵੀ ਦੱਸ ਦਿੰਦੇ ਆ ਕਿ ਆਪਣੇ ਮਾਂ ਪਿਓ ਦੇ ਨਾਲ, ਆਪਣੇ ਬੱਚਿਆਂ ਨਾਲ ਪਿਆਰ ਕਰੋ। ਜੇ ਅਗਰ ਤੁਹਾਨੂੰ ਉਹਨਾਂ ਦੀ ਲੋੜ ਆ ਨਾ, ਅਗਰ ਤੁਸੀਂ ਉਹਨਾਂ ਦੀ ਇੱਜ਼ਤ ਕਰਦੇ ਜੇ, ਹਾਂਜੀ, ਇਸ ਰਸਤੇ ਦੇ ਵਿੱਚ ਕਦੀ ਨਾ ਜਾਇਓ। ਹਾਂਜੀ, ਕਿਸੇ ਕੀਮਤ ਵੀ ਨਾ ਜਾਓ, ਭਾਵੇਂ ਜਿੰਨਾ ਮਰਜ਼ੀ ਕੋ ਤੁਹਾਨੂੰ ਇਹ ਬੰਦਾ ਕਹਿ ਦੇਵੇ ਨਾ ਕਿ ਤੁਹਾਡੀ 2 ਲੱਖ ਰੁਪਇਆ ਦਾ ਤਨਖਾਹ ਹੈ, ਹਾਂਜੀ, ਤੇ 2 ਲੱਖ ਦੇ ਵਿੱਚ ਆਪਣੇ ਮਾਂ ਪਿਓ ਤੇ ਆਪਣੇ ਬੱਚੇ ਨਾ ਛੱਡੋ। ਪੈਸਾ ਤਾਂ ਫਿਰ ਇਹ 2 ਲੱਖ ਨਹੀਂ ਮਿਲਣਾ, ਇਹ ਸਿਰਫ ਝੂਠ ਹੈ। ਜਿਵੇਂ ਸਾਡੇ ਨਾਲ ਸਾਨੂੰ ਵੀ ਇੱਥੇ ਦੱਸਿਆ ਗਿਆ ਹੈ ਕਿ ਤੁਹਾਡੀ 1-1.5 ਲੱਖ ਰੁਪਇਆ ਦਾ ਤਨਖਾਹ ਹੋਏਗੀ ਤੇ ਫਲਾਣਾ ਹੋਏਗਾ ਤੇ ਤੁਸੀਂ ਦਿਨਾਂ ਦੇ ਵਿੱਚ ਅਮੀਰ ਹੋ ਜਾਓਗੇ, ਪਰ ਕੋਈ ਫਾਇਦਾ ਨਹੀਂ। ਦੱਸਦੇ ਕੁਛ ਦੱਸਦੇ ਕੁਛ ਨੇ, ਕੋਈ ਬੰਦਾ ਅਮੀਰ ਨਹੀਂ ਹੁੰਦਾ ਯਾਰ। ਠੀਕ ਹੈ, ਅਸੀਂ ਮੰਨਦੇ ਹਾਂ ਕਿ ਬੰਦੇ ਬਾਹਰ ਦੌਲਤ ਕਮਾਉਣ ਜਾਂਦੇ, ਠੀਕ ਹੈ, ਬੰਦੇ ਕੁਝ ਅਮੀਰ ਵੀ ਹੁੰਦੇ ਨੇ, ਕੁਝ ਬੰਦੇ ਮਿਹਨਤ ਜਾ ਕੇ ਕਰਦੇ ਨੇ, ਅੱਲਾਹ ਤਾਲਾ ਉਹਨਾਂ ਨੂੰ ਸੁਣ ਲੈਂਦਾ, ਪੈਸਾ ਉਹਨਾਂ ਨੂੰ ਲਗਵਾ ਜਾਂਦਾ ਬਾਹਰ ਜਾ ਕੇ ਯੂਰਪ ਜਿਹੜਾ ਕਿ ਉਹਨੇ ਮਿਹਨਤ ਹੀ ਕਰਨੀ, ਭਾਵੇਂ ਜਿੰਨੀਆਂ ਮਰਜ਼ੀ ਡਿਗਰੀਆਂ ਉਹਦੇ ਕੋਲ। ਤੇ ਇੱਥੇ ਯਾਨੀ ਕਿ ਉਹ ਆਣ ਕੇ ਭਾਵੇਂ ਜੋ ਮਰਜ਼ੀ ਦੱਸੀ ਫਿਰੇ ਤੇ ਲੈ ਵੀ ਐਵੇਂ ਹੋ ਗਿਆ ਤੇ ਉਵੇਂ ਹੋ ਗਿਆ, ਲੇਕਿਨ ਇਹ ਵੀ ਇਹਨਾਂ ਨੇ ਭਾਜੀ ਸਹੀ ਤਰੀਕੇ ਨਾਲ ਟੁਰ ਜਾਓ। ਹਾਂਜੀ, ਜਿੰਨਾ ਨਾਲ ਤੁਹਾਨੂੰ ਪਰੇਸ਼ਾਨੀ ਨਾ ਹੋਵੇ, ਆਪਾਂ ਵੀਜ਼ਾ ਲਵਾ ਕੇ ਜਾਓ, ਸਿੱਧੇ ਰਸਤੇ ਆਹ ਕੱਲ ਨੂੰ ਹੋ ਸਕਦਾ ਨਾ ਖਾਸਤਾ ਮਗਰੋਂ ਕੋਈ ਕਿਸੇ ਜੀ ਨਾਲ ਘਾਟੀ ਮਾਰੀ ਹੋ ਜਾਏ ਤੇ ਬੰਦਾ ਵਾਪਸ ਤੇ ਹੁਣ ਜੇ ਭਾਜੀ ਤੁਸੀਂ ਪਾਕਿਸਤਾਨ ਦੇ ਵਿੱਚ ਮਿਹਨਤ ਕਰਨੀ ਹੈ ਨਾ, ਪਾਕਿਸਤਾਨ 'ਚ ਵੀ ਬਹੁਤ ਕੁਝ ਆ। ਅੱਲਾਹ ਤਾਲਾ ਪਾਕਿਸਤਾਨ ਨੂੰ ਹਮੇਸ਼ਾ ਸਲਾਮਤ ਰੱਖੇ। ਹਾਂਜੀ, ਇਹ ਸਾਡਾ ਮੁਲਕ ਆ। ਜੇ ਅਸੀਂ ਇਹਦੇ ਵਿੱਚ ਰਹਿ ਕੇ ਮਿਹਨਤ ਨਹੀਂ ਕਰਨੀ, ਹਾਂਜੀ, ਇਸ ਮੁਲਕ ਨੂੰ ਨਹੀਂ ਸਵਾਰਨਾ, ਤੇ ਬਾਹਰੋਂ ਅਸੀਂ ਉਹਨਾਂ ਦੇ ਮੁਲਕਾਂ 'ਚ ਜਾ ਕੇ ਸਵਾਰੀ, ਉਹਨਾਂ ਦੇ ਮੁਲਕਾਂ ਦੇ ਵਿੱਚ ਜਾ ਕੇ ਅਸੀਂ ਮਿਹਨਤ ਕਰੀਏ। ਅਸੀਂ ਸਾਰੇ ਆਪਣੀ ਜਵਾਨੀ ਜ਼ਿੰਦਗੀ ਉੱਥੇ ਦਾ ਆਇਆ ਕਰ ਆਈ ਜੀ, ਇੱਥੇ ਅਸੀਂ ਆਈ ਨਾ ਮੋੜ ਕੇ ਪੁੱਟਿਆ ਹੋ ਕੇ ਜੇ ਕੋਈ ਹੈ ਵੀ ਹੈ। ਅਸੀਂ ਆਪਣੇ ਮੁਲਕ ਦੇ ਵਿੱਚ ਰਹਿ ਕੇ ਮਿਹਨਤ ਕਰੀਏ। ਆਪਣੇ ਮੁਲਕ ਦੇ ਵਿੱਚ ਸਾਨੂੰ ਰੱਬ ਨੇ ਸਭ ਜਿੰਨੀਆਂ ਨਿਯਮਤਾਂ ਪਾਕਿਸਤਾਨ ਦੇ ਵਿੱਚ ਨੇ ਨਾ, ਉਹਨੀਆਂ ਨਿਯਮਤਾਂ ਕਿਸੇ ਮੁਲਕ ਦੇ ਵਿੱਚ ਜਿੱਥੇ ਮਰਜ਼ੀ ਟੁਰ ਜਾਓ, ਨਾਰਵੇ ਟੁਰ ਜਾਓ, ਇੰਗਲੈਂਡ ਟੁਰ ਜਾਓ, ਅਮਰੀਕਾ ਟੁਰ ਜਾਓ, ਜਿਹੜੇ ਮਰਜ਼ੀ ਮੁਲਕ ਦੇ ਵਿੱਚ ਟੁਰ ਜਾਓ, ਜਿੰਨੀਆਂ ਨਿਯਮਤਾਂ ਪਾਕਿਸਤਾਨ ਦੇ ਵਿੱਚ ਅੱਲਾਹ ਤਾਲਾ ਨੇ ਦਿੱਤੀਆਂ ਨੇ ਨਾ, ਕਿਸੇ ਮੁਲਕ ਦੇ ਵਿੱਚ ਵੀ ਨਹੀਂ। ਬੇਸ਼ੱਕ ਭਾਜੀ, ਇਹ ਜੰਨਤ ਦਾ ਟੁਕੜਾ ਪਾਕਿਸਤਾਨ ਜਿਹੜਾ ਸਾਨੂੰ ਅੱਲਾਹ ਤਾਲਾ ਨੇ ਅਤਾ ਕੀਤਾ।
ਹੁਣ ਕੋ ਸਾਡੀ ਯਾਨੀ ਕਿ ਆਵਾਮ ਜਾਂ ਕੋਈ ਤੇ ਹੁਕਮਰਾਨ ਭਾਜੀ ਅਸੀਂ ਹੁਣ ਆ ਗਏ, ਸਾਨੂੰ ਹੁਣ ਵੀ ਹਲੇ ਲੋਕੀ ਆਂਦੇ ਨੇ ਯਾਰ ਤੁਹਾਨੂੰ ਤੇ ਰਸਤੇ ਦਾ ਪਤਾ, ਚੱਲੋ ਉਹ ਅਸੀਂ ਉਹਨਾਂ ਦੇ ਅੱਗੇ ਹੱਥ ਜੋੜਦੇ ਹਾਂ, ਖੁਦਾ ਦੇ ਬੰਦੇ ਜਾਓ ਯਾਰ, ਅਜੇ ਤੇ ਅਗਲੀਆਂ ਪਤਾ ਨਹੀਂ ਕਿੰਜ ਭੁਲਾਉਂਦੇ ਪਏ ਆ, ਤੁਸੀਂ ਉਲਟਾ ਸਾਨੂੰ ਹੋਰ ਆਣ ਕੇ ਗੱਲਾਂ ਸੁਣਾਉਂਦੇ ਜੀ ਯਾਰ, ਏਦਾਂ ਦੱਸਦੇ ਜੀ। ਕਿਉਂਕਿ ਜਿਹੜੇ ਲੋਕ ਹੈ ਨਾ ਉਹ ਕਹਿੰਦੇ ਆ ਪਤਾ ਨਹੀਂ ਐਵੇਂ ਲੱਗੇ ਹੋਏ, ਲੇਕਿਨ ਜਿਹਨੇ ਇੱਕ ਵਾਰੀ ਚੱਲ ਜਾਣਾ ਉਹਨੂੰ ਪਤਾ ਹੁੰਦਾ। ਤੇ ਇੱਥੇ ਵਾਲੇ ਕਹਿੰਦੇ ਲੈ ਵੀ ਅਗਲਾ ਪਾਸਾ ਵੇਖ ਕੇ ਮੁੜਦੇ ਆ ਨਾ। ਹਾਂ। ਤੇ ਉਹੀ ਤਾਂ ਭਾਜੀ ਕਿਸੇ ਨੂੰ ਵੀ ਨਹੀਂ ਇਹ ਗੱਲ ਕਹਿੰਦੇ ਕਿ ਯਾਰ ਤੂੰ ਚਲੇ ਜਾ ਏਦਾਂ ਕਰ ਫਲਾਣਾ, ਅਸੀਂ ਇਹ ਗੱਲ ਕਰੀ ਯਾਰ ਸੋਚ ਦੋ ਚਾਰ ਚੱਲ ਵੀ ਜਾਣਗੇ, ਲੇਕਿਨ ਉਹ ਵੀ ਹੋ ਸਕਦਾ ਉੱਥੇ ਭਾਵੇਂ 8-8 10-10 ਸਾਲ ਦੇ ਕਾਗਜ਼ ਹੀ ਨਾ ਬਣੇ, ਜਾਂ ਮਗਰ ਕੋਈ ਹੱਬੀ ਨਬੀ ਹੋ ਜੇ ਨਾ ਵਾਪਸ ਹੋਣ ਜੱਗਾ ਵੇ ਹੈ, ਤੇ ਜਾਂ ਜਿਹੜੇ ਵਿੱਚ ਰਾਹ ਵਿੱਚ ਇੰਨੇ ਮਰ ਜਾਂਦੇ ਵੇ, ਇੰਨੇ ਬਰਬਾਦ ਹੁੰਦੇ ਵੇ, ਘਰ ਦੇ ਪਿੱਛੇ ਸਰੀਰ ਉਹ ਭਾਈ ਇੱਕ ਮੇਰਾ ਭਾਈ ਹੋਰ ਵੀ ਆ, ਹਾਂਜੀ ਉਹ ਵੀ ਤੁਹਾਨੂੰ ਗੱਲਬਾਤ ਦੱਸੇਗਾ, ਉਹਦਾ ਨਾਮ ਨਸੀਰ ਆ, ਮੇਰਾ ਵੱਡਾ ਭਾਈ ਆ। ਹਾਂਜੀ ਹਾਂਜੀ, ਉਹ ਤੁਹਾਡੇ ਨਾਲ ਫੋਨ ਤੇ ਰਾਬਤਾ ਰੋਤਾ ਹੁੰਦਾ ਰਹਿੰਦਾ, ਕਿਉਂਕਿ ਮੈਂ ਨਾ ਆਪਣਾ ਕਾਰੋਬਾਰ ਕਰਦਾ ਨਾ, ਮੇਰੇ ਕੋਲ ਮੋਬਾਈਲ ਵੀ ਨਹੀਂ ਹੁੰਦਾ। ਤੇ ਉਹ ਦੂਜਾ ਉਹ ਭਾਈ ਸਾਹਿਬ ਦੇ ਕੋਲ ਆਣ ਕੇ ਨਾ ਬੈਠਾ ਰਹਿੰਦਾ, ਇਹਦਾ ਵੀ ਦੋਸਤ ਆ। ਤੇ ਉਹ ਜਿਹੜੀ ਕੋਈ ਵੀਡੀਓ ਕਾਲ ਆਉਂਦੀ ਹੈ ਉਹਨੂੰ ਚੈੱਕ ਕਰਾ ਦਿੰਦਾ ਹੈ, ਤੇ ਉਹ ਸੁਣਦਾ ਰਹਿੰਦਾ। ਤੇ ਉਹਦੇ ਵੀ ਤਾਸੁਰਾਤ ਤੁਹਾਨੂੰ ਦੱਸਾਂਗੇ, ਉਹ ਆਪ ਹੀ ਖੁਦ ਤੁਹਾਨੂੰ ਦੱਸੇਗਾ ਕਿ ਯਾਰ ਜਦੋਂ ਇਹ ਆਇਆ ਕਿ ਇਹਦੀ ਆਹ ਹਾਲਤ ਸੀ, ਜਾਂ ਇਹ ਕਿਵੇਂ ਗਿਆ, ਜਾਂ ਇਸ ਨੂੰ ਕਹਿੰਦੇ ਰਹੇ ਫਲਾਣਾ ਏਦਾਂ ਦਾ ਪਿੱਛੇ ਪ੍ਰੋਬਲਮਾਂ ਜਿਹੜੀਆਂ ਆਉਂਦੀਆਂ ਰਹੀਆਂ, ਉਹ ਫਿਰ ਤੁਹਾਨੂੰ ਉਹ ਨਾ ਦੱਸੇਗਾ ਥੋੜੀ ਜਿਹੀ 10-15 ਮਿੰਟਾਂ ਦੀ, ਉਹ ਆਪ ਤੁਹਾਨੂੰ ਦੱਸੇਗਾ ਕਿ ਸਾਡੇ ਘਰ ਆਹ ਮਸਲਾ ਬਣ ਗਿਆ। ਤੇ ਉਹ ਵੱਡਾ ਭਾਈ ਹੈ ਮੇਰਾ, ਨਾਮ ਉਹਦਾ ਨਸੀਰ ਆ। ਤੇ ਇਨਸ਼ਾਅੱਲਾ ਤਾਲਾ ਤੁਹਾਨੂੰ ਨਾ ਜਲਦੀ ਮਿਲਾਵਾਂਗੇ। ਉਹ ਤਕਰੀਬਨ ਅਗਲੇ ਜਦੋਂ ਇਹ ਭਾਈ ਜ਼ਾਦ ਬਣਾਏਗਾ ਨਾ ਅਗਲਾ ਪਾਰਟ, ਤੇ ਛੋਟੇ ਛੋਟੇ ਟੁਕੜੇ ਕਰਕੇ ਨਾ, ਤੇ ਉਹ ਅਸੀਂ ਪਾਰਟ ਅਗਲਾ ਵੀ ਉਹ ਭਾਈ ਨਸੀਰ ਤੇ ਭਾਈ ਸੰਦਰ ਜਿਹੜੇ ਸਾਡੇ ਨਾਲ ਉਹ ਤੁਹਾਨੂੰ ਥੋੜੀ ਬਹੁਤੀ ਸਟੋਰੀ ਸੁਣਾਉਣਗੇ, ਉਹਨਾਂ ਜਿਹੜੇ ਵਾਕਿਆ ਤੋਂ ਗੁਜ਼ਰੇ ਨੇ। ਸਾਨੂੰ ਤੇ ਪਤਾ ਨਾ ਉਹਦੇ ਨਾਲ ਕੀ ਗੁਜ਼ਰਾ, ਅਸੀਂ ਤੁਹਾਨੂੰ ਪਿਛਲੀਆਂ ਵੀਡੀਓ ਦੇ ਵਿੱਚ ਦੱਸੀਆਂ ਵੀ ਸਾਡੇ। ਹਾਂਜੀ, ਤੇ ਉਹ ਆਪਣੀ ਜ਼ਬਾਨੀ ਤੁਹਾਨੂੰ ਦੱਸੇਗਾ ਕਿ ਉਹਦੇ ਨਾਖਣ ਕਿੱਦਾਂ ਖਿੱਚੇ ਗਏ, ਉਹਦੇ ਹੱਥਾਂ ਦੇ ਨਾਖਣ ਜਾਂ ਉਹਦੇ ਪੈਰਾਂ ਦੇ ਨਾਖਣ ਕਿੱਦਾਂ ਖਿੱਚੇ ਗਏ, ਜਾਂ ਉਹਦੇ ਪਿੱਛੋਂ ਹਾਲਾਤ ਕਿਹੋ ਜਿਹੇ ਸਨ। ਤੇ ਜਦੋਂ ਅਸੀਂ ਉਧਰ ਪ੍ਰੋਬਲਮਾਂ ਦੇ ਵਿੱਚ ਸਨ, ਤੇ ਪਿੱਛੋਂ ਤਾਂ ਸਾਨੂੰ ਮਾਰ ਕੇ ਬਹਿ ਗਏ ਸਨ, ਸਾਡੇ ਤੇ ਉਹਨਾਂ ਨੇ ਜਨਾਜ਼ੇ ਵੀ ਕਰਾਤੇ ਕਿ ਬੰਦੇ ਮਰ ਗਏ ਉਧਰ, ਕਿਉਂਕਿ ਸਾਡਾ ਇੱਧਰ ਰਾਬਤਾ ਹੀ ਕੋਈ 25-30 ਦਿਨ ਸਾਡਾ ਕੋਈ ਇੱਧਰ ਰਾਬਤਾ ਹੀ ਨਹੀਂ ਹੋਇਆ ਪਾਕਿਸਤਾਨ ਦੇ ਵਿੱਚ ਨਾ, ਆਪਣੇ ਘਰ ਨਾ ਕੋਈ ਬਾਹਰ, ਨਾ ਕੋਈ ਲੈਣਾ ਨਾ ਕੋਈ ਦੇਣਾ। ਉਹਦੇ ਵਿੱਚ ਆਣਗੇ ਇੱਕ ਵਾਰੀ ਫੋਨ ਰਾਤ ਵਾਰੀ ਕੀਤਾ, ਤੇ ਫਿਰ ਇਹਨਾਂ ਨੂੰ ਪਤਾ ਲੱਗਾ ਕਿ ਬੰਦੇ ਦੇ ਮੁੰਡੇ ਤੇ ਠੀਕ ਨੇ। ਤੇ ਫਿਰ ਪਿੱਛੋਂ ਮਾਂ ਪਿਓ ਨੇ ਨਾ ਕੋਈ ਉਹਨਾਂ ਨੂੰ ਹੌਸਲਾ ਹੋਇਆ ਬੱਚਿਆਂ ਨੂੰ ਤੇ ਮਾਂ ਪਿਓ ਨੂੰ ਸਾਰਿਆਂ ਨੂੰ। ਤੇ ਬਸ ਅਸੀਂ ਤੁਹਾਨੂੰ ਇਹੋ ਕੁਝ ਗੁਜ਼ਾਰਿਸ਼ ਕਰਨਾ ਚਾਹੁੰਦੇ ਸਾਂ, ਫਿਰ ਵੀ ਰਿਕੁਐਸਟ ਕਰਦੇ ਹਾਂ। ਪਿਛਲੀਆਂ ਵੀਡੀਓ ਦੇ ਵਿੱਚ ਵੀ ਤੁਹਾਨੂੰ ਸਾਰੀਆਂ ਗੱਲਾਂ ਬਾਤਾਂ ਦੱਸੀਆਂ ਨੇ, ਉਹਨੂੰ ਵੀ ਤੁਹਾਡੇ ਅੱਗੇ ਰਿਕੁਐਸਟ ਇਹੀ ਆ ਕਿ ਭਾਈ ਜੋ ਕੁਝ ਵੀ ਬੰਦਾ ਜਾਂ ਇਸ ਪਾਸੇ ਲੱਗੇ ਕਿ ਉਹਨੂੰ ਨਾ ਲਾਇਓ। ਹਾਂਜੀ, ਉਹਨੂੰ ਸਗੋਂ ਸਮਝਾਓ, ਠੀਕ ਹੈ। ਜੇ ਅਗਰ ਉਹ ਨਹੀਂ ਸਮਝਦਾ ਤੇ ਤੁਹਾਡੇ ਅੱਗੇ ਇਹ ਵੀ ਅਸੀਂ ਰਿਕੁਐਸਟ ਕਰਦੇ ਹਾਂ ਕਿ ਯਾਰ ਤੁਸੀਂ ਸਾਨੂੰ ਦੱਸੋ, ਅਸੀਂ ਉਸ ਬੰਦੇ ਦੇ ਕੋਲ ਜਾ ਕੇ ਜੇ ਉਹ ਸਾਡੇ ਕੋਲ ਆਵੇ ਅਸਾਂ ਉਹਨੂੰ ਦੱਸਾਂਗੇ। ਹਾਂਜੀ, ਫਿਰ ਵੀ ਨਾ ਸਮਝੇ ਤੇ ਫਿਰ ਅੱਲਾ ਵਾਰਸੇ ਉਹ ਜਾਵੇ, ਅੱਲਾਹ ਤਾਲਾ ਉਹਦੀਆਂ ਮੰਜ਼ਿਲਾਂ ਆਸਾਨ ਕਰੇ। ਹਾਂਜੀ, ਅਸਾਂ ਉਹਨੂੰ ਮਨਾ ਨਹੀਂ ਕਰ ਸਹੀ ਹੈ। ਜੋ ਜੇ ਕਿਸੇ ਨੇ ਸਮਝਣੇ ਨਹੀਂ ਮੰਨਣੀ, ਅੱਲਾਹ ਤਾਲਾ ਉਹਨੂੰ ਤੰਦਰੁਸਤੀ ਦੇਵੇ, ਜਿਹੜਾ ਉਹਨੇ ਸਫ਼ਰ ਇਖਤਿਆਰ ਕਰਨਾ ਅੱਲਾਹ ਤਾਲਾ ਉਹਦੇ ਸਫ਼ਰ ਦੀਆਂ ਮੁਸ਼ਕਿਲਾਂ ਆਸਾਨ ਕਰੇ ਜੀ। ਤੇ ਬਾਕੀ ਆਪਣੇ ਮਾਂ ਪਿਓ ਨਾਲ ਪਿਆਰ ਕਰੋ ਜੀ। ਹਾਂਜੀ, ਇਹ ਸਾਡਾ ਇੱਕ ਦੂਜਾ ਸਹਾਰਾ ਹੈ ਇੱਥੇ ਦੂਜਾ ਆਪਣੇ ਘਰ ਦੇ ਵਿੱਚ। ਹਾਂਜੀ, ਤੇ ਜਿਹਦਾ ਮਾਂ ਪਿਓ ਨਹੀਂ ਜਾਂ ਜਿਹਦੇ ਭੈਣ ਭਰਾ ਨਹੀਂ, ਹਾਂਜੀ, ਉਹਦਾ ਦੁਨੀਆ ਦੇ ਵੇਖ ਲਓ ਕੀ ਹੁੰਦਾ ਉਹਦਾ ਅਸ਼ਰ, ਉਹਦਾ ਨਾ ਕੋਈ ਉਹਦਾ ਹਾਂ ਅੱਲਾ ਤੋਂ ਸਿਵਾ ਦਾ ਕੋਈ ਵੀ ਨਹੀਂ ਹੁੰਦਾ, ਉਹਨੂੰ ਤਾਂ ਕੋਈ ਪੁੱਛਦਾ ਵੀ ਨਹੀਂ ਕੌਣ ਹੈ ਤੇ ਕੌਣ। ਹਾਂਜੀ ਹਾਂ, ਤੇ ਅਸੀਂ ਹੁਣ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ। ਹਾਂਜੀ, ਤੇ ਇਨਸ਼ਾਅੱਲਾ ਤਾਲਾ ਅਗਲੇ ਜਿਵੇਂ ਵੀ ਕੋਈ ਗੱਲਬਾਤ ਬਣੀ ਫਿਰ ਅਸੀਂ ਤੁਹਾਨੂੰ ਦੱਸਾਂਗੇ, ਨਵੀਂ ਵੀਡੀਓ ਬਣਾ ਕੇ। ਤੇ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ। ਭਾਈ ਆਪਣੇ ਮਾਂ ਪਿਓ ਨਾਲ ਫਿਰ ਵੀ ਦੁਆ ਕਰਿਆ ਕਰੋ ਆਪਣੇ ਮਾਂ ਪਿਓ ਦੇ ਹੱਕ ਦੇ ਵਿੱਚ, ਯਾ ਅੱਲਾ ਇਹਨਾਂ ਨੂੰ ਤੂੰ ਤੰਦਰੁਸਤੀ ਦੇਈਂ, ਯਾ ਅੱਲਾ ਇਹਨਾਂ ਦਾ ਸਾਇਆ ਸਾਡੇ ਤੇ ਹਮੇਸ਼ਾ ਕਾਇਮ ਰਵੇ। ਹਾਂਜੀ, ਤੇ ਆਪਣੇ ਬੱਚਿਆਂ ਨਾਲ ਪਿਆਰ ਕਰਿਆ ਕਰੋ। ਹਾਂਜੀ, ਆਪਣੇ ਮੁਲਕ ਨਾਲ ਪਿਆਰ ਕਰੋ। ਸਾਡਾ ਮੁਲਕ
ਐਸਾ ਮੁਲਕ ਆ ਕਿ ਤੁਹਾਨੂੰ ਪਿੱਛੇ ਵੀ ਦੱਸ ਚੁੱਕੇ ਆ, ਇਹਦੇ ਵਰਗਾ ਕੋਈ ਸਾਨੂੰ ਤੇ ਹੁਣ ਪਤਾ ਲੱਗਾ। ਉਦੋਂ ਸਾਨੂੰ ਜੇ ਅਗਰ ਪਤਾ ਹੁੰਦਾ ਨਾ, ਸਾਨੂੰ ਜੇ ਕਿਸੇ ਨੇ ਦੱਸਿਆ ਹੁੰਦਾ ਤੇ ਸ਼ਾਇਦ ਅਸੀਂ ਨਾ ਹੀ ਜਾਂਦੇ। ਉਹ ਅਸੀਂ ਹੁਣ ਅਗਲਾ ਪਾਸਾ ਵੇ ਹੁਣ ਹੁਣ ਬੜਾ ਟਰੈਵਲ ਕੀਤਾ ਪਾਕਿਸਤਾਨ ਦੇ ਵਿੱਚ ਵੀ। ਹਾਂਜੀ, ਬੜੀਆਂ ਸੈਰਗਾਹਾਂ ਤੇ ਝੀਲਾਂ ਫਿਰੀਆਂ ਨੇ, ਤੇ ਉੱਥੇ ਜਾ ਕੇ ਜਦੋਂ ਵੇਖੀਦਾ ਨਾ ਪਾਕਿਸਤਾਨ, ਤੇ ਸਭ ਮੁਲਕ ਭੁੱਲ ਜਾਂਦੇ ਨੇ, ਹਰ ਸ਼ਾਇਦ ਭੁੱਲ ਜਾਂਦੇ ਨੇ। ਉਹ ਅਸੀਂ ਫਿਰ ਉੱਥੋਂ ਇਹ ਸੋਚਦੇ ਨੇ ਯਾਰ ਅਸੀਂ ਤੇ ਪਾਗਲ ਆ ਜਿਹੜੇ ਦੂਸਰੇ ਮੁਲਕਾਂ ਦੇ ਵਿੱਚ ਜਾ ਕੇ ਭੱਜੇ ਫਿਰਦੇ ਨੇ। ਹਾਂਜੀ, ਮਿਹਨਤ ਕਰਨੀ ਚਾਹੀਦੀ, ਮਿਹਨਤ ਦੇ ਵਿੱਚ ਕੋਈ ਹੱਦ ਨਹੀਂ। ਮਿਹਨਤ ਕਰੋ ਪਰ ਤਰੀਕੇ ਨਾਲ ਕਰੋ, ਬਿਨਾਂ ਤਰੀਕੇ ਕੋਈ ਮਿਹਨਤ ਦਾ ਫਾਇਦਾ ਹੀ ਕੋਈ। ਅਗਲੇ ਵੀ ਪਰੇਸ਼ਾਨ, ਪਿਛਲੇ ਵੀ ਪਰੇਸ਼ਾਨ। ਹਾਂਜੀ, ਤੇ ਇੱਥੇ ਹੀ ਅਸੀਂ ਜਾਣਾ ਚਾਹੁੰਦੇ ਹਾਂ। ਪਾਕਿਸਤਾਨ ਦੇ ਜ਼ਿੰਦਾਬਾਦ, ਖੁਸ਼ ਰਹੋ ਤੇ ਆਬਾਦ ਰਹੋ ਜਿੱਥੇ ਵੀ ਰਹੋ। ਅੱਲਾਹ ਤਾਲਾ ਤੁਹਾਡੀ ਤੰਦਰੁਸਤੀ ਦੇਵੇ, ਅੱਲਾਹ ਤਾਲਾ ਤੁਹਾਡੇ ਕਾਰੋਬਾਰ ਦੇ ਵਿੱਚ ਬਰਕਤ ਪਾਵੇ, ਅੱਲਾਹ ਤਾਲਾ ਤੁਹਾਨੂੰ ਹਮੇਸ਼ਾ ਤੋਂ ਹਮੇਸ਼ਾ ਜ਼ਿੰਦਾ ਆਬਾਦ ਰੱਖੇ। ਆਮੀਨ ਸੁਮਾ ਆਮੀਨ। ਪਾਕਿਸਤਾਨ ਜ਼ਿੰਦਾਬਾਦ। ਜੀ ਦੋਸਤੋ, ਆ ਵੀਡੀਓ ਸਾਡੀ ਖਤਮ ਹੋ ਗਈ। ਹੁਣ ਅੱਗੇ 5-7 ਮਿੰਟ ਦੀ ਇਸ ਤੋਂ ਅੱਗੇ ਵੀਡੀਓ ਮੌਲਵੀ ਦੀ ਚੱਲ ਜਾਏਗੀ। ਤੇ ਜਿਹੜੇ ਦੋਸਤ ਵਿੱਚ ਨੰਬਰ ਮੰਗਦੇ ਨਾ, ਕਿਉਂਕਿ ਆ ਸਾਡਾ ਚੈਨਲ ਇਹਨਾਂ ਤੇ ਨੰਬਰ ਅਲਾਓ ਨਹੀਂ ਹੈ। ਅਸੀਂ ਨੰਬਰ ਜਾਂ ਕੋਈ ਐਵੇਂ ਦਾ ਲਿਖੀਏ ਨਾ ਕਮੈਂਟ, ਤੋਂ ਸਾਡਾ ਚੈਨਲ ਦਾ ਮਸਲਾ ਬਣਦਾ ਹੈ। ਤੇ ਸਾਡੇ ਅਬਾਊਟ ਦੇ ਵਿੱਚ ਜਾਓਗੇ, ਉੱਥੇ ਤੁਹਾਨੂੰ ਨੰਬਰ ਮਿਲ ਜਾਣਾ। ਜਾਂ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਥੱਲੇ ਸਪੀਡ ਨਾਲ ਰਨ ਹੋ ਕੇ ਨੰਬਰ ਨਿਕਲਦਾ। ਪਾਰਟ 3 ਤੇ 4 ਦੇ ਵਿੱਚ ਵੀ ਹੈਗਾ, ਠੀਕ ਹੈ। ਉੱਥੋਂ ਦਾ ਆਪਦਾ ਕਰ ਸਕਦੇ, ਜਾਂ ਸਾਡਾ ਫੇਸਬੁੱਕ ਪੇਜ ਜਿਹੜਾ ਲਿੰਕ ਦੇ ਵਿੱਚ, YouTube ਲਿੰਕ ਦੇ ਵਿੱਚ, ਉੱਥੋਂ ਵੀ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ। ਹੁਣ ਵਾਸਤੇ ਹੀ ਇੰਨਾ। ਇਨਸ਼ਾਅੱਲਾ ਅਸੀਂ ਅਗਲੀ ਵੀਡੀਓ ਜਿਹੜੀ ਹੈ ਜਲਦੀ ਤੋਂ ਜਲਦੀ ਤੁਹਾਡੀ ਖਿਦਮਤ 'ਚ ਲੈ ਕੇ ਆਵਾਂਗੇ। ਤੇ ਹੁਣ ਜ਼ਿਆਦਾ ਚਾਹੁੰਦੇ ਹਾਂ ਤੇ ਅੱਗੋਂ ਮੌਲਵੀ ਦੀ ਥੋੜੀ ਜਿਹੀ ਸਟੋਰੀ ਸੁਣੋ ਤੇ ਸਾਨੂੰ ਦੁਆਵਾਂ 'ਚ ਯਾਦ ਰੱਖਿਓ। ਸਾਰੇ ਦੋਸਤਾਂ ਨੂੰ ਖੁਦਾ ਹਾਫਿਜ਼। ਏਜੰਟ ਸੀ ਭਾਈ, ਆ ਰੂਫੇ ਦਾ ਸ਼ਗਿਰਦ ਸੀ। ਹਾਂ, ਰੂਫੇ ਦਾ ਸ਼ਗਿਰਦ ਏਜੰਟ ਸੀ। ਇੱਧਰ ਆਓ ਥੋੜਾ ਜਿਹਾ ਅੱਗੇ ਨੂੰ। ਉਹ ਇੱਧਰ ਨੂੰ ਨਹੀਂ ਮਾਰ ਪਾਇਆ। ਇਹਨੂੰ ਚਾਹੀਦਾ ਸ਼ਾਰ ਚੋਕ ਦਿੰਦੇ ਇੱਥੇ ਠੋਕ ਦੋ ਕਿਸੇ ਟਾਈਮ ਕੱਢ ਜੀ ਅਬਦੁਲ ਰਊਫ ਥੱਲੇ ਬਹਿ ਜਾਈ। ਬੰਦ ਹੋ ਜਾਣੀ ਲਾਈਵ ਚੱਲ ਗਿਆ। ਨੈਟ ਤੋਂ ਚੜਨਾ ਚਾਹਵੇਂ ਰੁਕਣੀ ਉਵੇਂ ਡਿਲੀਟ ਹੋ ਜਾਣੀ। ਵੈਸੇ ਹੀ ਹੈ, ਵੈਸੇ ਮੌਲ ਚੱਲ ਉੱਥੇ ਫਿਰ ਕਿੰਨੇ ਦਿਨ ਰਹੇ ਤਕਰੀਬਨ ਆਪਣੇ ਖਾਣੇ ਜਿੱਥੇ ਲੱਗਦੇ ਰਹੇ ਹੁਣ ਭਰਾਵਾ ਅੱਛਾ, ਜਿੱਦਾਂ ਅਸੀਂ ਉੱਥੋਂ ਨੱਸੇ ਆ ਨਾ, ਸਾਡੇ ਨੱਸਣ ਤੋਂ ਇੱਕ ਦਿਨ ਪਹਿਲੋਂ ਮੌਲਵੀ ਸਾਡੇ ਕੋਲ ਰਾਤ ਪਹੁੰਚਿਆ। ਇੱਕ ਦੇ ਨਾਲ ਹੋਰ ਮੌਲਵੀ ਕਿੱਥੋਂ ਦਾ ਮੁੰਡਾ ਸੀ ਉਹ ਜਿਹੜਾ ਆਇਆ ਸੀ। ਬੰਦੇ ਬੜੇ ਬੇਤਾਬ ਸੀ। ਮਿਲਣ ਨੂੰ ਨਾ, ਤੈਨੂੰ ਮਿਲਣ ਨੂੰ ਕਹਿੰਦਾ ਜੀ ਮੌਲਵੀ ਕੋਲ ਨਾ ਸਟੋਰੀ ਸੁਣਨੀ। ਚਲੋ ਕੋਈ ਨਹੀਂ, ਹੁਣ ਤੇ ਆਪਾਂ ਭੁੱਲ ਗਏ, ਹੁਣ ਰਹਿਣਗੇ। ਹੁਣ ਪੁਰਾਣੀਆਂ ਗੱਲਾਂ ਨਹੀਂ ਸੁਣੀਆਂ। ਰਕਮ ਤਾਂ ਆ ਜਾਣੇ ਹੈ। ਗੱਲ ਆ ਜ਼ਖਮ ਤਾਜ਼ਾ ਦੀ ਗੱਲ ਹੀ ਕੋਈ ਨਹੀਂ। ਹੁਣ ਸਰਦੀਆਂ ਆ ਗਈਆਂ, ਸਰਦੀਆਂ ਹੈ ਕੋਈ ਯਕੀਨ ਕਰਕੇ ਮੇਰੇ ਨਾਲ ਇੱਥੇ ਦਰਦ ਹੋਣ ਡਿਆ ਪੈਂਦੀ। ਇਹ ਨਹੀਂ ਕੁੱਟ ਖਾਧੀ ਭਾਈ, ਸਰਦੀਆਂ 'ਚ ਦਵਾਈ ਲੈਂਦਾ, ਪਸਲੀਆਂ ਨੂੰ ਫੌਜੀਆਂ ਨੇ ਮਾਰ ਮਾਰ ਕੇ ਠੁੱਡੇ। ਉਹ ਤੋਂ ਕਿੱਦਾਂ ਨਿਕਲਿਆ? ਓਏ ਇਹ ਗੱਲ ਸੁਣ, ਇਹਨੂੰ ਪੁੱਛ। ਨਹੀਂ ਉਹ ਨਹੀਂ, ਮੈਂ ਤੈਨੂੰ ਦੱਸਦਾ ਵਾਂ, ਭੱਜਿਆ ਨਹੀਂ ਹੋ। ਜਿੱਦਾਂ ਸਾਨੂੰ ਉੱਥੇ ਡੱਕਿਆ ਨੂੰ ਸੀ, ਉਦੋਂ 16ਵਾਂ ਦਿਨ ਆ ਰਾਤ ਸਾਡੇ ਕੋਲ ਪਹੁੰਚੇ। ਇੱਕ ਇਹਨਾਂ ਨਾਲ ਲਾਹੌਰ ਦਾ ਕਿ ਕਿੱਥੋਂ ਦਾ ਹੋਰ ਮੁੰਡਾ ਸੀ, ਉਹਦਾ ਨਾਂ ਕੀ ਸੀ, ਉਸਮਾਨ ਕੇ ਕੀ ਨਾਂ ਹੈ। ਉੱਥੇ ਜਿੱਦਣ ਤੂੰ ਰਾਤ ਆਇਆ, ਜਿੱਥੇ ਅਸੀਂ ਡੱਕੇ ਸੀ ਉੱਥੇ ਤਹਿ ਖਾਨਿਆਂ 'ਚ, ਉਦੋਂ ਮੁੰਡਾ ਇੱਕ ਹੋਰ ਆਇਆ ਲਾਹੌਰ ਦਾ ਕਿ ਕੌਣ ਉਸਮਾਨ ਕੇ ਕੀ ਨਾਂ ਹੁੰਦਾ। ਮੈਂ ਮੌਲਵੀ ਨੂੰ ਆਣ ਕੇ ਨਾ ਦੱਸਿਆ, ਮੈਂ ਕਿਹਾ ਮੌਲਵੀ ਸਾਹਿਬ ਸਾਨੂੰ 16 ਦਿਨ ਹੋ ਗਏ ਭੁੱਖੇ ਮਰਨ ਆ, ਤੇ ਇੱਥੇ ਰੋਜ਼ ਕੁੱਟ ਪੈਂਦੀ, ਬੜੀ ਭੈੜੀ ਹਾਲਤ ਸੀ, ਤੇ ਅਸੀਂ ਨਾ ਨੱਸਣ ਦੀ ਤਿਆਰੀ ਕਰਦੇ ਹਾਂ। ਇਹ ਪਤਾ ਕੀ ਕਹਿੰਦਾ ਰੂਫੇ ਤੇ ਕਾਸਮ ਨੇ ਬਾਰਡਰ ਤੇ ਫੜੇ ਗਏ ਵੇ, ਤੇ ਤੁਸੀਂ ਯਾਨੀ ਕਿ
ਮੈਂ ਉਹਨਾਂ ਚ ਨਾ ਅੱਗੇ ਬਚ ਕੇ ਆ ਗਿਆ ਵਾਂ ਤੇ ਇਹਨੂੰ ਮੈਂ ਕਿਹਾ ਲੈ ਵੀ ਹੁਣ ਨਾ ਇੱਥੋਂ ਨਿਕਲ ਜਾਂਦਾ ਸੀਗਾ ਅਸੀਂ ਰੋਜ਼ ਪਲਾਨ ਬਣਾਈਦਾ ਲੇਕਿਨ ਮਿਸ ਹੋ ਜਾਂਦਾ ਹੈ। ਤੇ ਜੈਂਟ ਆਣ ਕੇ 4-5 ਸੀ ਜਿੱਦਾਂ ਉਹ ਕੱਲਾ ਬੰਦੇ ਦੀ ਮਾਂ ਉਹ ਭਾਈ ਜੀ ਇਕੱਲਾ ਮੈਂ ਤੈਨੂੰ ਦੱਸਾਂ ਕਿ ਅਸੀਂ ਭੁੱਖੇ ਬੰਦੇ ਉੱਥੇ ਉਹਨਾਂ ਦੀ ਸਾਰੀ ਜ਼ੁਬਾਨ ਬੋਲਦੇ, ਤੇਰੇ ਪਿੰਡ ਜਾਵੇ ਕੋਈ ਬਾਹਰ ਦਾ ਤੇ ਪਿੰਡ ਦੇ ਤੇਰੇ ਨਾਲ ਹੋਣੇ ਆ ਬਾਹਰ ਦੇ ਨਾਲ। ਉਹਦੇ ਇਲਾਕੇ ਦਾ ਹਿਸਾਬ ਬੰਦਾ ਲਾ ਲੇਕਿਨ ਉਹ ਜਿੰਨੇ ਸੀ ਉੱਥੇ ਮਾਰਨ ਵਾਲੇ ਹੁੰਦੇ ਉਹ ਸਾਰੇ ਪਾਕਿਸਤਾਨੀ ਸੀ ਜਿੰਨੇ ਹੀ ਮਾਰਨ ਵਾਲੇ ਹੁੰਦੇ। ਸੀਗੇ ਉੱਥੇ ਹਰ ਚੀਜ਼ ਉੱਥੇ। ਤੇਰੇ ਵਰਗੇ ਬੱਬਰ ਸ਼ੇਰ ਜਿੱਥੇ ਹੋਣ ਜੰਟ ਤੇ ਕੀ ਜੁੜ 5-7 ਜਿਹੜੇ ਜੁੜੇ ਹੋਣ ਅਗਲੇ ਦੀ ਬੰਦਾ ਲੰਬ ਕੱਢ ਦਿੰਦਾ। ਉਦਾਂ ਰੱਬੋ ਹੀ ਇਹ ਸੀਗਾ ਜਿਹੜੇ 3 ਹੁੰਦੇ ਸੀ ਨਾ ਕੁੱਟਣ ਉਹ ਨਹੀਂ ਆਏ। ਅੱਛਾ ਉਹ ਨਾ ਆਏ ਤੇ ਨਾ ਸਾਡਾ ਦਾ ਲੱਗ ਜਿਹੜਾ ਤੁਰਕਾ ਸੀ ਨਾ ਉਹਨੂੰ ਆਇਆ ਸਾਨੂੰ ਈਦ ਮਿਲਿਆ ਉਹਨੇ ਨਾ ਚਾਕਲੇਟਾਂ ਦੇ ਡੱਬੇ ਲਿਆਂਦੇ ਸਾਨੂੰ ਕਿ ਈਦ ਮੈਰਕ ਉਧਰ ਮਿਲਦੇ ਵੇ ਆ ਭਾਈ ਗਏ ਨੂੰ ਹੀ ਲਿਆ ਕੇ ਬਿਠਾ ਇੱਥੇ ਤੁਸੀਂ ਵੀ ਆ ਜਾਓ ਇਹ ਨਾ ਉਹ ਇੱਕ ਦੂਸਰੇ ਨਾਲ ਸਿਰ ਮਿਲਾ ਕੇ ਨਾ ਈਦ ਮਾਰਕ ਮਿਲਾ ਕੇ ਨਾ ਸਾਨੂੰ ਨਾ ਉਹਨੇ ਚਾਕਲੇਟਾਂ ਦੇ ਡੱਬੇ ਦਿੱਤੇ। ਮੈਂ ਨਾ ਉਹ ਖਾਦੇ ਨਾ ਤੇ ਇੱਕ ਦੂਸਰੇ ਨੂੰ ਅੱਖਾਂ ਮਾਰਿਆ। ਫਰਿਆਦ ਮੁੰਡਾ ਜਿਹੜਾ ਸਾਡੇ ਨਾਲ ਰਲਿਆ ਸੀ ਉਹ ਵੀ ਸੀ ਨਾਲ ਹੀ ਉਹ ਯਾਸਰਾ ਵੀ ਸੀ ਤੇ ਅਸੀਂ ਨਾ ਮੋਲ ਉਹਨੂੰ ਤੁਰਕੇ ਨੂੰ ਦਿੱਤੇ ਪੈਸੇ ਕੱਢ ਕੇ। ਅਸੀਂ ਆਖਿਆ ਲੈ ਵੀ ਜਾ ਨਾ ਬਾਹਰੋਂ ਸਾਨੂੰ ਨਾ ਖਾਣ ਵਾਸਤੇ ਲਿਆ ਦੇ ਕੋਈ ਸ਼ੈ। ਉਹ ਬਾਹਰ ਲੈਣ ਗਿਆ ਉਹਦੇ ਨਾਲ ਉਹਦਾ ਨਿੱਕਾ ਜਿਹਾ ਨਿਆਣਾ ਸੀ। ਅਸੀਂ ਮਗਰੋਂ ਨਾ ਗਾਲਾਂ ਪਾਤੀਆਂ। ਨਹੀਂ ਉਹ ਜਿਹੜਾ ਤੁਰਕਾ ਸੀ ਨਾ ਉਹ ਬੰਦੇ ਹੁੰਦੇ ਸੀ 3। ਇੱਕ ਜਿਹੜਾ ਬਾਹਰ ਗੇਟ ਨਾ ਜਿਹੜਾ ਬਾਹਰਲਾ ਮੇਨ ਗੇਟ। ਤੁਸੀਂ ਮੇਨ ਵਿੱਚ ਕਿੰਨੇ ਜਣੇ 15 ਜਣੇ ਯਾਰ ਅਸੀਂ ਉਦੋਂ ਸੀ 15 ਬੰਦੇ ਜਿੱਦਣ ਆ 2 ਸਾਡੇ ਕੋਲ ਪਹੁੰਚੇ ਅਸੀਂ 17 ਬੰਦੇ ਹੋ ਗਏ ਸੀ। ਇਹ ਰਾਤ ਪਹੁੰਚੇ ਵੇ ਬਾਅਦ ਚ ਤੁਸੀਂ ਗਏ ਤੁਸੀਂ ਇਹਨਾਂ ਦੇ ਨਾਲ ਨਹੀਂ ਗਏ? ਨਹੀਂ ਮੈਂ ਤਾਂ ਸਭ ਤੋਂ ਪਹਿਲੋਂ ਨਿਕਲ ਗਏ। ਆ ਰੂਫਾ ਕਾਸਮ ਰਹਿ ਗਏ। ਇਹਨਾਂ ਵਿੱਚ ਹੀ ਮੌਲਵੀ ਦਾ ਪਾਸਪੋਰਟ ਰਲਿਆ ਤੇ ਇਹਦਾ ਵੀ ਐਵੇਂ ਰਲਾਇਆ ਕਿ ਉਹਨਾਂ ਨੇ ਆਖਿਆ ਦਾੜੀ ਬਣਾ। ਇਹ ਮਨਾਉਂਦਾ ਨਹੀਂ ਸੀ। ਇੱਕ ਦਿਨ ਬੰਦਾ ਬੈਠੇ ਹੋਟਲ ਤੇ ਕਹਿੰਦੇ ਯੂਨਾਨ ਬੰਦੇ ਖੜਨੇ 10 ਬੰਦੇ। ਮੈਂ ਕਿਹਾ ਮੁੜ ਕੇ ਨਾਂ ਨਾ ਲਈ ਤੈਨੂੰ ਕਿਹਨੇ ਹੁਣੇ ਠੋਕ ਹਾਂ ਨੂੰ ਕਿਹਾ ਤੇ ਬੜੀ ਮੈਂ ਕਿਹਾ ਨਾਂ ਲਈ ਵੀ ਨਾ ਇੰਟਰਵਿਊ ਲੈਣ ਆਏ ਬੰਦੇ। ਪਾਠਾਂ ਦੇ 25-30 ਫਸੇ ਨੇ ਜੇ ਕਿਸੇ ਨੂੰ ਖਬਰ ਹੋ ਗਈ ਨਾ ਯੂਨਾਨ ਦਾ ਨਾਂ ਲੈਣਾ ਤੇ ਇੱਥੇ ਸਾਰ ਮਾਰ ਲੈਣਾ। ਉਹ ਕਹਿੰਦੀ ਨਾ ਪਹੁੰਚੋ ਤੈਨੂੰ ਪਹੁੰਚਾ ਦੇਣਾ ਉਹਨਾਂ ਨੇ। ਪੱਕਾ ਰੱਖਿਆ ਨਹੀਂ ਉਹ ਜਦੋਂ ਕਿਸੇ ਨੂੰ ਪਤਾ ਨਹੀਂ ਹੁੰਦਾ ਉਦੋਂ ਯਾਰ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਬਚਾਤਾ ਵਾ ਤੇ ਉਹ ਨਾ ਲੱਖ ਸਿਆਲਕੋਟ ਤੋਂ ਬੰਦੇ ਆ ਰਹੇ ਜਰਮਨੀ ਤੋਂ ਫੂਲ ਮਸਲ ਏਦਾਂ ਜਿਹੜੀ ਫਿਲਮ ਮਾੜੀ ਜਿਹੀ ਨਾ ਚੜਾਈ ਆ ਨਾ ਸ਼ੁਕਰ ਲਈ ਚੜਾ ਲਾ ਜਾਂ ਜਿੱਦਾਂ ਵੀ ਲਾ ਲਾ ਜੋ ਵੀ ਉਹਨੇ ਹਕੀਕਤ ਹੈ ਕਿ ਝੂਠ ਵਾਲੀ ਗੱਲ ਕੋਈ ਨਹੀਂ। ਲੋਕਾਂ ਨੂੰ ਇੰਨਾ ਸਬਕ ਹਾਸਲ ਹੋ ਗਿਆ ਨਾ ਡੇਲੀ ਫੋਨ ਤੇ ਫੋਨ ਆ ਰਹੇ ਯਾਰ ਕਰਦੇ ਬੰਦੇ। ਹੁਣ ਤੂੰ ਏਦਾਂ ਕਰ, ਇੱਥੇ